ਹੈਲਪਲੈਸ ਫੋਰਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਹੈਲਦੀ ਲਾਈਫ ਪ੍ਰੋਡਕਟ ਸੈਂਟਰ, ਜੋ ਕਿ 339 ਬਾਬਾ ਸ਼੍ਰੀ ਚੰਦ ਇਨਕਲੇਵ ਆਪੋਜ਼ਿਟ ਗਰੇਵਾਲ ਫਾਰਮ, ਮਜੀਠਾ ਰੋਡ ਬਾਈਪਾਸ, ਅੰਮ੍ਰਿਤਸਰ ਵਿਖੇ ਸਥਿਤ ਹੈ। ਡਾਕਟਰ ਹਰਨੇਕ ਸਿੰਘ ਜੀ, ਜੋ ਕਿ ਹੈਲਥ ਐਡਵਾਈਜ਼ਰ ਨੇ ਅਤੇ ਮਰੀਜ਼ਾਂ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਦੂਰੋਂ ਦੂਰੋਂ ਮਰੀਜ਼ ਇੱਥੇ ਪਹੁੰਚਦੇ ਹਨ ਤੇ ਡਾਕਟਰ ਹਰਨੇਕ ਸਿੰਘ ਜੀ ਕੋਲੋਂ ਕਾਉਂਸਲਿੰਗ ਲੈਂਦੇ ਨੇ। ਸਾਡੀ ਟੀਮ ਨੇ ਡਾਕਟਰ ਹਰਨੇਕ ਸਿੰਘ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ, ਅਗਰ ਲੋਕ ਆਪਣੇ ਖਾਣੇ ਦੇ ਵਿੱਚ ਮਿਲਟਸ ਐਡ ਕਰਨ ਤਾਂ ਉਹ ਕ੍ਰੋਨਿਕ ਬਿਮਾਰੀ ਤੋਂ ਵੀ ਬਚ ਸਕਦੇ ਨੇ। ਚਾਹੇ ਉਹ ਸ਼ੂਗਰ ਦੀ ਗੱਲ ਹੋਵੇ, ਚਾਹੇ ਉਹ ਬਲੱਡ ਪ੍ਰੈਸ਼ਰ ਦੀ ਗੱਲ ਹੋਵੇ, ਚਾਹੇ ਉਹ ਡਿਪਰੈਸ਼ਨ ਦੀ ਗੱਲ ਹੋਵੇ, ਚਾਹੇ ਉਹ ਸੈਕਸ ਪ੍ਰੋਬਲਮਸ ਦੀ ਗੱਲ ਹੋਵੇ, ਤਾਂ ਕ੍ਰੋਨਿਕ ਬਿਮਾਰੀ ਨਾਲ ਵੀ ਮਿਲਟਸ ਐਡ ਕਰਨ ਨਾਲ ਬਚਿਆ ਜਾ ਸਕਦਾ ਹੈ। ਆਓ ਕਰਦੇ ਹਾਂ ਗੱਲਬਾਤ ਡਾਕਟਰ ਹਰਨੇਕ ਸਿੰਘ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਡਾਕਟਰ ਹਰਨੇਕ ਸਿੰਘ, ਇੱਕ ਐਸਾ ਨਾਮ ਜਿਨ੍ਹਾਂ ਨੇ ਮਿਲਟਸ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਮੁਕਾਮ ਹਾਸਲ ਕੀਤਾ। ਅੰਮ੍ਰਿਤਸਰ ਵਿਖੇ ਅਸੀਂ ਬੈਠੇ ਹਾਂ, ਮਜੀਠਾ ਰੋਡ ਦੇ ਉੱਤੇ ਆਪਾਂ ਹੈਗੇ ਹਾਂ ਇਸ ਵੇਲੇ, ਔਰ ਗੂਗਲ ਦੇ ਉੱਤੇ ਤੁਸੀਂ ਭਰੋਗੇ ਡਾਕਟਰ ਹਰਨੇਕ ਸਿੰਘ ਤੇ ਨਾਲ ਹੈਲਦੀ ਲਾਈਫ ਪ੍ਰੋਡਕਟ ਸੈਂਟਰ। ਮੈਂ ਚਾਹੂੰਗਾ ਕੈਮਰਾਮੈਨ ਨੂੰ ਇੱਕ ਵਾਰੀ ਉੱਤੇ ਕਰੇ ਹੈਲਦੀ ਲਾਈਫ ਪ੍ਰੋਡਕਟ ਸੈਂਟਰ। ਤੁਸੀਂ ਗੂਗਲ 'ਤੇ ਕਰੋਗੇ ਤਾਂ ਤੁਸੀਂ ਗੂਗਲ 'ਤੇ ਹੈਲਦੀ ਲਾਈਫ ਪ੍ਰੋਡਕਟ ਸੈਂਟਰ ਕਰੋਗੇ ਤਾਂ ਆਪਣੇ ਆਪ ਹੀ ਗੂਗਲ ਤੁਹਾਨੂੰ ਇੱਥੇ ਘਰੇ ਲੈ ਆਏਗੀ। ਔਰ ਗੱਲ ਕਰ ਰਹੇ ਹਾਂ ਡਾਕਟਰ ਹਰਨੇਕ ਜੀ ਦੇ ਨਾਲ, ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਆਪਣੀ ਦੇ ਵਿੱਚ ਮਿਲਟਸ ਨੂੰ ਬਹੁਤ ਵੱਡਾ ਜਿਹੜਾ ਹੈਗਾ ਇੱਕ ਮੁਕਾਮ ਦਿੱਤਾ। ਔਰ ਉਹਦੇ ਨਾਲ ਹੀ ਇਜ਼ ਏ ਡਾਕਟਰ ਕੰਬੀਨੇਸ਼ਨ, ਇੱਕ ਮਿਲਟਸ ਇੱਕ ਡਾਕਟਰ ਨੂੰ ਮਰਜ਼ ਪਤਾ ਮਿਲਟਸ ਹਰੇਕ ਬੰਦਾ ਵੇਚ ਸਕਦਾ, ਲੇਕਿਨ ਡਾਕਟਰ ਨੂੰ ਪਤਾ ਕਿ ਮਿਲਟਸ ਨੂੰ ਕਿਸ ਤਰੀਕੇ ਨਾਲ ਦੇਣਾ ਔਰ ਕਿਵੇਂ ਬਿਮਾਰੀਆਂ ਤੋਂ ਨਿਜਾਤ ਪਾਉਣਾ। ਅੱਜ ਅਸੀਂ ਸਪੈਸ਼ਲ ਰੂਪ ਦੇ ਵਿੱਚ ਇਹਨਾਂ ਤੋਂ ਟਾਈਮ ਲੈ ਕੇ ਆਏ ਹੈਗੇ ਹਾਂ। ਸਵਾਗਤ ਹੈ ਜੀ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਮਿਲਟਸ 'ਤੇ ਹੀ ਬਿਲਕੁਲ ਜਿੰਨੀਆਂ ਵੀ ਹੈਲਥ ਇਸ਼ੂਜ਼ ਹੈਗੇ ਆ ਮਿਲਟਸ ਦੇ ਨਾਲ ਹੀ ਰਿਵਰਸ ਕਰਦਾ ਹੈਗਾ ਵਾਂ। ਅਤੇ ਇਹਦੀ ਜਿਹੜੀ ਇਹਦੇ ਵਿੱਚ ਪ੍ਰੋਪਰਟੀਜ਼ ਹੈਗੀਆਂ ਨੇ, ਲਿਗਨਨ ਮਤਲਬ ਉਹ ਪ੍ਰੋਪਰਟੀ ਜਿਹੜੀ ਐਂਟੀ ਵਾਇਰਲ, ਐਂਟੀ ਕੈਂਸਰ, ਐਂਟੀ ਆਕਸੀਡੈਂਟ, ਮਤਲਬ ਐਸਟ੍ਰੋਜਨ ਗਰਾਫ ਨੂੰ ਜਿਹੜਾ ਫੀਮੇਲ ਹਾਰਮੋਨ ਹੁੰਦਾ ਵਾ ਉਹਨੂੰ ਵੀ ਉਹ ਮੈਨੇਜ ਕਰਦੀ ਹੈ। ਇਹਦੇ ਵਿੱਚ ਜਿਹੜੇ ਸਾਨੂੰ ਹੈਗੇ ਆ ਐਂਟੀ ਆਕਸੀਡੈਂਟ ਦੀ ਕਿਉਂ ਜ਼ਰੂਰਤ ਪੈਂਦੀ ਆ, ਜਿੰਨੇ ਵੀ ਆਪਾਂ ਸਟਰੀਟ ਫੂਡ ਖਾਂਦੇ ਆ, ਸਮੋਸੇ, ਬਰਗਰ, ਜਿਹੜਾ ਹੈਗਾ ਪੀਜ਼ਾ, ਉਹਦੇ ਨਾਲ ਸਾਨੂੰ ਟਰਾਂਸ ਫੈਟ ਜਿਹੜੀ ਆ ਬਹੁਤ ਜ਼ਿਆਦਾ ਉਹਦੇ ਵਿੱਚ ਆ ਜਾਂਦੀ ਹੈ। ਉਹਦੇ ਨਾਲ ਸਾਨੂੰ ਫਰੀ ਰੈਡੀਕਲਸ ਵੀ ਜਿਹੜੇ ਆ ਉਹ ਬਹੁਤ ਜ਼ਿਆਦਾ ਰਿਲੀਜ਼ ਹੋ ਜਾਂਦੇ ਬਾਡੀ ਦੇ ਵਿੱਚ। ਉਹਦੇ ਨਾਲ ਅਨੇਕਾਂ ਤਰ੍ਹਾਂ ਦੀਆਂ ਕੰਪਲੀਕੇਸ਼ਨਸ ਆ ਜਾਂਦੀਆਂ ਨੇ। ਇਹਦੇ ਨਾਲ ਫਿਰ ਇਹ ਲਿਗਨਨ ਜਿਹੜਾ ਵਾ ਐਂਟੀ ਆਕਸੀਡੈਂਟ ਦਾ ਕੰਮ ਕਰੇ ਕਿ ਉਹਨਾਂ ਨੂੰ ਜਿਹੜੇ ਹੈਗੇ ਆ ਜਿੰਨੇ ਵੀ ਜਿਹੜੇ ਆ ਉਹਨੂੰ ਟਰਾਂਸ ਫੈਟ ਆ ਉਹਨੂੰ ਰਿਵਰਸ ਕਰ ਦਿੰਦਾ ਹੈਗਾ ਐਂਡ ਸਮੇਂ ਦੇ ਨਾਲ, ਐਂਡ ਫਰੀ ਰੈਡੀਕਲਸ ਨੂੰ ਨਿਊਟਰਲ ਕਰ ਦਿੰਦਾ। ਦੂਸਰਾ ਇਹ ਐਂਟੀ ਕੈਂਸਰ ਹੈਗਾ, ਪ੍ਰੋਸਟੇਟ ਕੈਂਸਰ, ਯੂਰਿਨ ਬਲੈਡਰ ਕੈਂਸਰ ਐਂਡ ਬ੍ਰੈਸਟ ਕੈਂਸਰ। ਇਹਦੇ ਨਾਲ ਜਿਹੜਾ ਐਸਟ੍ਰੋਜਨ ਗਰਾਫ ਜਦੋਂ ਵੱਧ ਜਾਂਦਾ ਅਤੇ ਉਹਦੇ ਨਾਲ ਇਹ ਜਿਹੜੀ ਕਈ ਵਾਰ ਕੈਂਸਰ ਦੀ ਸਾਨੂੰ ਜਿਹੜੀ ਆ ਕੰਪਲੀਕੇਸ਼ਨ ਜਿਹੜੀ ਆ ਉਹ ਆ ਜਾਂਦੀ ਹੈ। ਉਹਦੇ ਨਾਲ ਵੀ ਇਹ ਐਂਟੀ ਐਸਟ੍ਰੋਜਨ ਗਰਾਫ ਨੂੰ ਇਹ ਮੈਨੇਜ ਕਰ ਦਿੰਦਾ ਹੈਗਾ। ਜੇ ਵਧਿਆ ਹੋਵੇ ਅਤੇ ਉਹਨੂੰ ਘਟਾ ਦਿੰਦਾ, ਜੇ ਘਟਿਆ ਹੋਵੇ ਤਾਂ ਉਹਨੂੰ ਵਧਾ ਦਿੰਦਾ। ਦੂਸਰਾ ਟੈਸਟੋਸਟੀਰੋਨ ਜਿਹੜਾ ਮੇਲ ਹਾਰਮੋਨ ਹੁੰਦਾ ਉਹਨੂੰ ਵੀ ਜਿਹੜਾ ਇਹ ਬੂਸਟ ਕਰਦਾ ਹੈਗਾ। ਉਸ ਤੋਂ ਬਾਅਦ ਐਂਟੀ ਏਜਿੰਗ ਆ, ਜਿੰਨੀਆਂ ਸਾਡੇ ਹਿਊਮਨ ਦੇ ਰਿੰਕਲਸ ਜਿਹੜੀ ਪ੍ਰੀ ਮੈਚੋਰ ਜਿਹੜੇ ਉਹ ਇਵੇਂ ਦਿੱਖ ਦੇ ਵਿੱਚ ਜਿਵੇਂ ਬਜ਼ੁਰਗ ਲੱਗਦੇ ਨੇ, ਉਹਦੀਆਂ ਰਿੰਕਲਸ ਨੂੰ ਇਹ ਡਿਲੇ ਕਰ ਦਿੰਦਾ ਹੈਗਾ ਵਾ। ਬਾਕੀ ਇਹ ਜਿਹੜੀਆਂ ਇੰਟਲੈਕਚੁਅਲਟੀ ਆ ਉਹਨੂੰ ਇਹ ਵਧਾਉਂਦਾ ਹੈ। ਜਿਹੜਾ ਫੂਡ ਹੁੰਦਾ ਉਹ ਸਾਡੇ ਉਹਦਾ ਮੂਡ ਦਾ ਬਹੁਤ ਗੂੜਾ ਸੰਬੰਧ ਹੁੰਦਾ, ਸਾਡੇ ਸੁਭਾਅ ਨਾਲ ਬੜਾ ਗੂੜਾ ਸੰਬੰਧ ਹੁੰਦਾ। ਜਿਹੜਾ ਜੰਕ ਫੂਡ ਆ ਉਹ ਸਾਨੂੰ ਅਸ਼ਾਂਤ ਕਰਦਾ ਵਾ, ਉਹ ਸਾਨੂੰ ਅਸ਼ਾਂਤ। ਤੁਸੀਂ ਦੇਖਿਆ ਹੋਣਾ ਅਨੇਕਾਂ ਸਕੂਲਸ ਦੇ ਵਿੱਚੋਂ, ਕੈਂਟੀਨ ਦੇ ਵਿੱਚੋਂ ਹੁਣ ਜਿਹੜਾ ਵਾ ਜੰਕ ਫੂਡ ਘਟਾ ਦਿੱਤਾ, ਕਿਉਂਕਿ ਬੱਚਿਆਂ ਦੀ ਲੈਕ ਆਫ ਕੰਸਨਟ੍ਰੇਸ਼ਨ ਆ ਰਹੀ ਹੈ। ਉਹਦੇ ਨਾਲ ਬੱਚਿਆਂ ਨੂੰ ਸਟੱਡੀ ਦੇ ਵਿੱਚ ਜਿਹੜੀ ਆ ਕੰਸਨਟ੍ਰੇਸ਼ਨ ਨਹੀਂ ਬਣ ਰਹੀ, ਅਸ਼ਾਂਤ ਹੋ ਰਹੇ ਨੇ। ਉਹਦਾ ਕਰਕੇ ਅਨੇਕਾਂ ਸਕੂਲਸ ਨੇ ਅਤੇ ਇਹ ਜਿਹੜਾ ਹੈਗਾ ਜੰਕ ਫੂਡ ਹਟਾ ਦਿੱਤਾ। ਜਿਹੜਾ ਲਿਵਿੰਗ ਫੂਡ ਹੈ ਜਾਂ ਜਿਹੜਾ ਲਿਗਨਨ ਲੋਡਡ ਫੂਡ ਹੈਗਾ, ਮਿਲਟਸ ਪੋਜ਼ੀਟਿਵ ਗ੍ਰੇਨ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਇਹ ਸਾਨੂੰ ਸ਼ਾਂਤ ਕਰਦੇ ਨੇ, ਇਹ ਸਾਡਾ ਥੋਟ ਪ੍ਰੋਸੈਸ ਬਦਲ ਦਿੰਦੇ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਆਪਾਂ ਆਈਏ ਸ਼ੂਗਰ 'ਤੇ। ਅੱਜ ਸ਼ੂਗਰ ਆ ਜਿਹੜੀ ਉਹ ਇੱਕ ਇੰਡੀਆ ਕੈਪੀਟਲ ਬਣ ਚੁੱਕਿਆ, ਔਰ ਪੰਜਾਬ ਦੇ ਲੋਕ ਤਾਂ ਮੇਰਾ ਖਿਆਲ ਹੈ ਵੀ ਹਰ ਤੀਸਰਾ ਬੰਦਾ ਜਿਹੜਾ ਹੈਗਾ ਸ਼ੂਗਰ ਦਾ ਸ਼ਿਕਾਰ ਹੈ। ਔਰ ਹਰੇਕ ਘਰ ਦੇ ਵਿੱਚ ਹੀ ਸ਼ੂਗਰ ਦੀਆਂ ਦਵਾਈਆਂ, ਇਨਸੂਲਿਨ, ਕਿਡਨੀਆਂ 'ਤੇ ਇਫੈਕਟ, ਅੱਖਾਂ 'ਤੇ ਇਫੈਕਟ, ਪੈਰਾਂ ਦੇ ਇਫੈਕਟ, ਔਰ ਸਾਰੀ ਜ਼ਿੰਦਗੀ ਜਿਹੜੇ ਹੈਗੇ ਆ ਉਹ ਡਾਕਟਰਾਂ ਦੇ ਗੇੜਿਆਂ 'ਤੇ ਹੀ ਆ। ਕੀ ਕਹਿਣਾ ਚਾਹੋਗੇ ਕਿ ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਜਿਹਦਾ ਕਿਤੇ ਵੀ ਇਲਾਜ ਨਹੀਂ ਹੈ, ਉਹਦੇ ਲਈ ਵੀ ਤੁਸੀਂ
ਮਿਲਟਸ ਦੇ ਨਾਲ ਬਹੁਤ ਪੇਸ਼ੈਂਟ ਸਹੀ ਕੀਤੇ ਆ, ਕੀ ਕਹਿਣਾ ਚਾਹੋਗੇ ਕਿ ਉਹੋ ਜਿਹੇ ਮਿਲਟਸ ਤੁਹਾਡੇ ਕੋਲ ਹੈਗੇ ਆ, ਕਿਸ ਮਕਦਾਰ 'ਚ ਦੇਣੇ ਆ ਮਿਲਟਸ, ਕਿੱਦਾਂ ਉਹਨਾਂ ਨੂੰ ਖਾਣਾ, ਕਿੱਦਾਂ ਬਣਾਉਣਾ, ਕਿੱਦਾਂ ਉਹਨਾਂ ਨੂੰ ਟੇਸਟੀ ਬਣਾਉਣਾ ਹੈਗਾ, ਉਹ ਸਾਰਾ ਪ੍ਰੋਸੀਜਰ ਤੁਸੀਂ ਦੱਸ ਦਿਓ ਔਰ ਉਹਦੇ ਨਾਲ ਅੱਜ ਜਿਹੜੇ ਹੈਗੇ ਆ ਪੇਸ਼ੈਂਟ ਤੁਹਾਡੇ ਸਹੀ ਹੁੰਦੇ ਆ, ਕੀ ਕਹਿਣਾ ਚਾਹੋਗੇ? ਹਾਂਜੀ, ਜਿਹੜੀ ਸ਼ੂਗਰ ਆ ਉਹ ਕਰੀਬਨ ਨੋਰਮਲੀ ਜਿਹੜੀ ਆ 72 ਘੰਟੇ ਦੇ ਵਿੱਚ ਜਿਹੜੀ ਪਿਲਸ ਵਾ ਗੋਲੀਆਂ ਦੇ ਰੂਪ 'ਚ ਜਿਹੜੇ ਲੈਂਦੇ ਨੇ ਉਹ ਰਿਵਰਸ ਹੋ ਜਾਂਦੀਆਂ, ਅਤੇ ਉਸ ਤੋਂ ਬਾਅਦ ਜਿਹੜਾ ਵਾ ਉਹ ਰੈਗੂਲਰਲੀ ਇਹ ਫੂਡ ਲੈਂਦੇ ਰਹਿੰਦੇ ਆ ਅਤੇ ਉਹਨਾਂ ਦਾ ਨਰਵਸ ਸਿਸਟਮ ਵੀ ਠੀਕ ਹੋ ਜਾਂਦਾ। ਫੂਡ ਜਿਹੜੀ ਉਹਨਾਂ ਦੇ ਬਰਨਿੰਗ ਹੁੰਦੀ ਪੈਰਾਂ ਦੇ ਵਿੱਚ, ਜਿਹੜੀ ਉਹਨਾਂ ਦੇ ਜਲਨ ਹੁੰਦੀ ਆ ਉਹ ਵੀ ਠੀਕ ਹੋ ਜਾਂਦੀ ਹੈ। ਬਾਕੀ ਇਹਦੀ ਤੁਸੀਂ ਪ੍ਰੈਪਰੇਸ਼ਨ ਕਹਿ ਕੇ ਬਣਦੇ ਕਿਵੇਂ ਨੇ, ਜਾਂ ਇਹਨਾਂ ਦਾ ਸਾਈਕਲ ਜਿਹੜਾ ਵਾ ਉਹ 2 ਡੇਜ਼ ਈਚ ਮਿਲਟ ਹੁੰਦਾ ਵਾ। ਬਾਕੀ ਪ੍ਰੈਪਰੇਸ਼ਨ ਜਿਵੇਂ ਦੂਸਰੇ ਚੌਲਾਂ ਦੀ ਤੇ ਕਣਕ ਦੀ ਹੈਗੀ ਆ ਉਵੇਂ ਹੀ ਆ, ਜੋ ਭੋਜਨ ਉਹਨਾਂ ਤੋਂ ਬਣਦੇ ਨੇ ਉਹੀ ਭੋਜਨ ਇਹਨਾਂ ਤੋਂ ਬਣਦੇ ਨੇ। ਬਸ ਇਹਦੀ ਥੋੜ੍ਹੀ ਟੈਕਨੀਕ ਹੈ ਉਹ ਅਸੀਂ ਦੱਸ ਦਈ ਦੀ, ਹਰ ਤਰ੍ਹਾਂ ਦੀ ਸ਼ੇਅਰ ਕਰ ਦਈ ਦੀ ਆ ਆਪਣੇ ਕਲਾਇੰਟਸ ਨੂੰ। ਉਹ ਜਿਹੜਾ ਕੁਝ ਹੈ ਸਭ ਵੀਡੀਓਜ਼ ਕਲਿੱਪਸ, ਸਾਡੇ ਆਡੀਓ ਕਲਿੱਪਸ ਨੇ, ਐਂਡ ਬੋਲ ਕੇ ਅਸੀਂ ਕਾਲ 'ਤੇ ਵੀ ਉਹਨਾਂ ਨੂੰ ਇੱਕ ਇੱਕ ਚੀਜ਼ ਜਿਹੜੀ ਆ ਇਹ ਗਾਈਡ ਕਰ ਦਿੰਦੇ ਕਿ ਭੋਜਨ ਕਿਵੇਂ ਪਕਾਉਣਾ, ਕਿਵੇਂ ਖਾਣਾ ਹੈ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਬਹੁਤ ਸਾਰੇ ਪੇਸ਼ੈਂਟ ਜਿਹੜੇ ਉਹ ਬਾਰਡਰ ਲਾਈਨ 'ਤੇ ਬੈਠੇ ਆ, ਉਹ ਪ੍ਰੀ ਡਾਇਬਟਿਕ ਨੇ, ਕੀ ਕਹਿਣਾ ਚਾਹੋਗੇ ਕਿ ਉਹ ਪ੍ਰੀ ਡਾਇਬਟਿਕ ਪੇਸ਼ੈਂਟ ਵੀ ਅਗਰ ਤੁਹਾਡੇ ਨਾਲ ਕੰਸਰਨ ਕਰ ਲੈਂਦੇ ਆ, ਤੁਹਾਡੇ ਕੋਲ ਆ ਜਾਂਦੇ ਆ ਸਮੇਂ ਰਹਿੰਦੇ, ਫਿਰ ਉਹਨਾਂ ਨੂੰ ਗੋਲੀਆਂ ਦੀ ਲੋੜ ਹੀ ਨਹੀਂ ਪੈਂਦੀ, ਉਹ ਗੋਲੀਆਂ ਤੋਂ ਬਿਲਕੁਲ ਹੀ ਬਚ ਸਕਦੇ ਆ। ਪਰ ਜਿਹੜੇ ਗੋਲੀਆਂ ਖਾ ਰਹੇ ਆ ਉਹ ਵੀ ਬਚ ਜਾਂਦੇ ਆ ਅਗਰ ਉਹ ਤੁਹਾਡਾ ਡਾਈਟ ਲੈਣ ਔਰ ਉਸ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ, ਹੈਲਥ ਦੇ ਜਿਹੜੇ ਇਸ਼ੂਜ਼ ਉਹਨਾਂ ਨਾਲ ਡਿਸਕਸ ਕਰਦੇ ਹੋ, ਐਕਸਰਸਾਈਜ਼ਾਂ ਦੱਸਦੇ ਹੋ ਨਾਲ, ਕੀ ਕਹਿਣਾ ਚਾਹੋਗੇ? ਹਾਂਜੀ ਬਿਲਕੁਲ ਜੀ, ਬਿਲਕੁਲ ਇਹ ਜਿਹੜਾ ਵਾ ਹਿਊਮਨ ਜਿਹੜਾ ਸ਼ੂਗਰ ਜਿਹਦਾ ਗ੍ਰਾਫ ਜ਼ਿਆਦਾ ਹੈਗਾ ਉਹਦਾ ਵੀ ਗ੍ਰਾਫ 3 ਡੇਜ਼ ਤੁਹਾਨੂੰ ਮੈਂ ਦੇਖਿਆ ਨੋਰਮਲ ਕਰੀਬਨ ਹੋ ਜਾਂਦਾ ਵਾ। ਕੁਝ ਕੁ ਵਿਅਕਤੀ ਨੇ ਜਿਨ੍ਹਾਂ ਨੂੰ ਥੋੜ੍ਹੇ 1-2 ਦਿਨ ਵੱਧ ਲੱਗ ਸਕਦੇ ਆ। ਬਾਕੀ ਜਿਹੜੇ ਪ੍ਰੀ ਡਾਇਬਟਿਕ ਤੁਸੀਂ ਕਿਹਾ ਵਾ ਉਹਨੂੰ ਨੋਰਮਲੀ ਫੂਡ ਲੈਣਗੇ, ਉਹਨਾਂ ਨੂੰ ਕਦੀ ਵੀ ਇਹ ਕੰਪਲੀਕੇਸ਼ਨ ਇਹ ਨਹੀਂ ਆਏਗੀ। ਹਾਈ ਬਲੱਡ ਪ੍ਰੈਸ਼ਰ ਨੂੰ ਵੀ ਇਹਦੇ 'ਚ 10 ਡੇਜ਼ ਲੱਗਦੇ ਹੈਗੇ ਆ। ਹਾਰਟ ਬਲੋਕੇਜ ਨੂੰ ਵੀ ਜਿਹੜੇ ਆ ਉਹ 3 to 4 ਮੰਥ ਦੇ ਵਿੱਚ ਰਿਵਰਸ ਹੋ ਜਾਂਦੀ ਹੈ। ਉਹਦੀਆਂ ਜਿਹੜੇ ਪਿਲਸ ਲੈਂਦੇ ਵੀ ਹੈਗੇ ਨੇ ਉਹ ਵੀ 3 ਤੋਂ 4 ਮਹੀਨੇ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਦਵਾਈਆਂ ਵਾ ਜਿਹੜੀਆਂ ਹਾਰਟ ਵਾਸਤੇ ਲੈਂਦੇ ਨੇ ਉਹ ਕਰੀਬਨ ਬੰਦ ਹੋ ਜਾਂਦੀਆਂ ਜੀ। ਦੱਸੋ ਕੀ ਕਹਿਣਾ ਚਾਹੋਗੇ ਕਿ ਸ਼ੂਗਰ 2 ਤਰ੍ਹਾਂ ਦੀ ਹੁੰਦੀ ਆ, ਇੱਕ ਜਮਾਂਦਰੂ ਸ਼ੂਗਰ ਹੁੰਦੀ ਆ, ਜਿਵੇਂ ਛੋਟੇ ਛੋਟੇ ਬੱਚਿਆਂ ਨੂੰ ਹੋ ਜਾਂਦੀ ਆ ਸ਼ੂਗਰ, ਕੀ ਉਸ ਸ਼ੂਗਰ ਦਾ ਵੀ ਇਲਾਜ ਹੈ ਕਿ ਜਿਹੜੀ ਲਾਈਫ ਸਟਾਈਲ ਦੇ ਨਾਲ ਹੀ ਸ਼ੂਗਰ ਹੁੰਦੀ ਆ ਉਹਦਾ ਇਲਾਜ ਆਪਣੇ ਕੋਲੇ? ਹਾਂਜੀ ਤੁਸੀਂ ਡਾਇਬਟਿਕ 1 ਦੀ ਗੱਲ ਕਰ ਰਹੇ ਹੋ, ਹਾਂ ਉਹਨੂੰ ਥੋੜ੍ਹਾ ਸਮਾਂ ਵੱਧ ਲੱਗਦਾ, ਪਰ ਉਹ ਵੀ ਕਰੀਬਨ ਉਹਦਾ ਵੀ ਬਹੁਤ ਵਧੀਆ ਸਾਨੂੰ ਰਿਜ਼ਲਟ ਮਿਲ ਰਹੇ ਨੇ। ਉਹਦੇ ਵਿੱਚ ਥੋੜ੍ਹਾ ਇਹ ਹੈ ਕਿ ਕਰੀਬਨ ਕਈ ਵਾਰ 5-6 ਮਹੀਨੇ ਵੀ ਲੱਗ ਜਾਂਦੇ ਨੇ, ਅਤੇ ਉਹਨਾਂ ਦਾ ਇਹ ਜਿਹੜਾ ਇਨਸੂਲਿਨ 'ਤੇ ਹੈਗੇ ਨੇ, ਇਨਸੂਲਿਨ ਉਹਨਾਂ ਦਾ ਥੋੜ੍ਹੇ ਹੀ ਦਿਨਾਂ ਦੇ ਵਿੱਚ ਉਹ ਜਿਹੜਾ ਵਾ ਘਟ ਜਾਂਦਾ ਹੈਗਾ ਵਾ। ਉਹ ਉਹਨਾਂ ਦੇ ਜਿਹੜੇ ਡਾਕਟਰ ਸਾਹਿਬ ਕੋਲ ਉਹਨਾਂ ਦੀ ਮੈਡੀਸਨ ਚੱਲ ਰਹੀ ਹੁੰਦੀ ਹੈ, ਇਹ ਅਸੀਂ ਉਹਨਾਂ ਨੂੰ ਹੀ ਕਹਿੰਦੇ ਕਿ ਤੁਸੀਂ ਆਪਣਾ ਇਨਸੂਲਿਨ ਜਿਹੜਾ ਵੀ ਹੈਗਾ ਉਹਨਾਂ ਦੇ ਕੋਲੋਂ ਉਹ ਸੈੱਟ ਕਰਵਾ ਲੈਣਾ ਹੈਗਾ। ਉਸ ਹਿਸਾਬ ਨਾਲ ਉਹ ਇਨਸੂਲਿਨ ਘਟਦਾ ਰਹਿੰਦਾ ਅਤੇ ਕਰੀਬਨ 6 ਮਹੀਨੇ ਦੇ ਵਿੱਚ ਆਮ ਤੌਰ 'ਤੇ ਅਸੀਂ ਦੇਖਿਆ ਵਾ ਕਿ ਉਹ ਵੀ ਕਰੀਬਨ ਉਹਨਾਂ ਦਾ ਵੀ ਜਿਹੜਾ ਵਾ ਇਹ ਰਿਵਰਸ ਹੋ ਜਾਂਦੀਆਂ ਪਿਲਸ ਅਤੇ ਇਨਸੂਲਿਨ, ਅਤੇ ਉਹ ਵੀ ਨੋਰਮਲੀ ਆਪਣਾ ਜੀਵਨ ਖੁਸ਼ਹਾਲੀ ਦੇ ਨਾਲ ਬਤੀਤ ਕਰਦੇ ਨੇ। ਉਹਦੇ ਵਿੱਚ ਜ਼ਿਆਦਾ ਅਸੀਂ ਮਹਿਸੂਸ ਕੀਤਾ ਬੱਚੇ ਨੇ, ਹਾਂ, ਅਤੇ ਉਹਨਾਂ ਦਾ ਥੋੜ੍ਹਾ ਇਹ ਹੈ ਕਿ ਖਿਆਲ ਵੱਧ ਰੱਖਣਾ ਪੈਂਦਾ, ਉਹਨਾਂ ਨੂੰ ਮੋਟੀਵੇਟ ਕਰਨਾ ਪੈਂਦਾ, ਕਾਉਂਸਲਿੰਗ ਕਰਨੀ ਪੈਂਦੀ ਹੈ, ਬਾਰ-ਬਾਰ ਸਮਝਾਉਣਾ ਪੈਂਦਾ, ਕਾਲਸ ਕਰਨੀਆਂ ਪੈਂਦੀਆਂ ਤਾਂ ਕਿ ਉਹ ਬੱਚੇ ਫੇਰ ਸਲਿੱਪ ਹੋ ਕੇ ਕਿਤੇ ਉਸੇ ਫੂਡ 'ਤੇ ਨਾ ਚਲੇ ਜਾਣ ਜੀ। ਦੱਸੋ ਕੀ ਕਹਿਣਾ ਚਾਹੋਗੇ ਕਿ ਅੱਖਾਂ 'ਤੇ ਮੰਨ ਲਓ ਇਫੈਕਟ ਹੋ ਗਿਆ ਇਸ ਨਾਮਰਦ ਬਿਮਾਰੀ ਦਾ, ਇਫੈਕਟ ਹੋਣ ਤੋਂ ਬਾਅਦ 'ਚ ਮੰਨ ਲਓ ਇਫੈਕਟ ਹੋਣਾ ਸ਼ੁਰੂ ਹੋਇਆ ਵਿਆ, ਕਿ ਉਹ ਦੇ ਵਿੱਚ ਵੀ ਇਹ ਆਪਣੇ ਜਿਹੜੇ ਮਿਲਟਸ ਨੇ, ਤੁਹਾਡੀ ਮੈਡੀਸਨ, ਤੁਸੀਂ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਗਾਈਡ ਕਰਦੇ ਹੋ, ਕਿ ਉਸ ਸਟੇਜ ਤੋਂ ਵੀ ਪਰਮਾਤਮਾ ਦੀ ਕਿਰਪਾ ਹੋ ਸਕਦੀ ਹੈ? ਹਾਂ, ਇਸ ਕੇਸ ਦੇ ਵਿੱਚ ਇਹ ਪਹਿਲਾਂ ਆਈ ਸਪੈਸ਼ਲਿਸਟ ਕੋ ਡਾਇਗਨੋਜ਼ ਜਿਵੇਂ ਕਰਦੇ ਨੇ ਉਹ ਟਰੀਟਮੈਂਟ ਪਾਉਂਦੇ ਨੇ, ਫਿਰ ਉਹਨਾਂ ਦੇ ਆਧਾਰ 'ਤੇ ਅਸੀਂ ਗੱਲ ਕਰਦੇ ਹਾਂ। ਜੇ ਉਹ ਮੇਜਰ ਕੰਪਲੀਕੇਸ਼ਨ ਨਾ ਹੋਵੇ ਫਿਰ ਤਾਂ ਰਿਵਰਸ ਹੋ ਜਾਂਦਾ। ਜੇ ਕੋਈ ਬਹੁਤ ਮੇਜਰ ਕੰਪਲੀਕੇਸ਼ਨ ਆ ਉਹਦੇ 'ਚ ਕਈ ਵਾਰ ਮੁਸ਼ਕਿਲ ਆਉਂਦੀ ਹੈਗੀ ਆਈ ਸਾਈਡ ਤੋਂ ਵਿਜ਼ਨ ਦੇ ਵਿੱਚ, ਅਤੇ ਬਾਕੀ ਸਭ ਕੁਝ ਰਿਵਰਸ ਹੋ ਜਾਂਦਾ ਵਾ। ਕੋਈ ਅਜਿਹਾ ਨਹੀਂ ਵੀ ਕੋਈ ਵੀ ਕੇਸ ਇਹਦੇ ਵਿੱਚ ਜਿਹੜਾ ਵਾ ਇਹ ਸੈਲਫ ਫੀਲਿੰਗ ਹੈਗੀ ਆ, ਬੋਡੀ ਆਪੇ ਹੀ ਸਾਡੇ ਅੰਦਰ ਜਿਹੜਾ ਡਾਕਟਰ ਬੈਠਾ ਵਾ ਉਹੀ ਸਭ ਕੁਝ ਇਹ ਤੰਦਰੁਸਤੀ ਲੈ ਆਉਂਦਾ ਹੈਗਾ, ਉਹੀ ਸਭ ਕੁਝ ਰਿਵਰਸ ਕਰ ਦਿੰਦਾ ਹੈ ਜੀ। ਡਾਕਟਰ ਸਾਹਿਬ ਪੈਰਾਂ ਦੀ ਆਪਾਂ ਗੱਲ ਕਰ ਲਈ, ਅਗਰ ਪੈਰਾਂ 'ਤੇ ਇਫੈਕਟ ਹੋ ਗਿਆ ਮੰਨ ਲਓ ਜਾਂ ਸ਼ੁਰੂ ਹੋਇਆ ਇਫੈਕਟ, ਉਹ ਉਸੇ ਵੇਲੇ ਹੀ ਡਾਕਟਰ ਹਰਨੇਕ ਨੂੰ ਮਿਲਣ ਆਉਣ। ਸਭ ਤੋਂ ਵੱਡੀ ਗੱਲ ਆ ਵਿਸ਼ਵਾਸ ਰੱਖਣ। ਜਦੋਂ ਬੰਦਾ ਵਿਸ਼ਵਾਸ ਰੱਖੂਗਾ, ਅੱਜ ਤੁਹਾਡੀ ਚੇਨ ਬਣੀ ਹੈ ਡਾਕਟਰ ਸਾਹਿਬ, ਅਸੀਂ ਇੰਨੀ ਦੂਰੋਂ ਆਏ ਹਾਂ ਅੱਜ ਅੰਮ੍ਰਿਤਸਰ ਤੁਹਾਨੂੰ ਮਿਲਣ ਦੇ ਲਈ, ਕਿਉਂਕਿ ਪਿਛਲੇ ਦਿਨੀ ਜਿੱਦਾਂ
ਮਾਨਯੋਗ ਮੰਤਰੀ ਜਿਹੜੇ ਆਏ ਵੇ ਸੀਗੇ ਇੱਥੇ, ਔਰ ਬਹੁਤ ਵੱਡਾ ਮਿਲਟਸ ਦਾ ਜਿਹੜਾ ਮੇਲਾ ਲੱਗਿਆ ਸੀਗਾ, ਜਿਹਦੇ 'ਚ ਤੁਸੀਂ ਇੱਕ ਬੈਕਬੋਨ ਸੀਗੇ। ਜਿਸ ਤਰੀਕੇ ਦੇ ਨਾਲ ਤੁਸੀਂ ਸਟਾਲਾਂ ਲਗਾਈਆਂ, ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਇੰਨੀਆਂ ਕੁ ਟੇਸਟੀ, ਔਰ ਉਹ ਪਕੌੜੇ ਜਿਹੜੇ ਅਸੀਂ ਵੀ ਰੱਜ ਕੇ ਖਾ ਕੇ ਗਏ, ਔਰ ਸਾਡਾ ਪੇਟ ਤਾਂ ਉਹਦੇ ਨਾਲ ਕੋਈ ਸਾਨੂੰ ਪ੍ਰੋਬਲਮ ਹੀ ਨਹੀਂ ਆਏਗੀ। ਅਸੀਂ ਇੰਜੋਏ ਕਰਿਆ ਹੈਗਾ ਉਹ ਪਕੌੜਿਆਂ ਦਾ ਵੀ, ਔਰ ਪਕੌੜੇ ਵੀ ਖਾਧੇ। ਪਕੌੜੇ ਦਾ ਖਾਣ ਦੇ ਜਦੋਂ ਪਕੌੜਿਆਂ ਦਾ ਨਾਮ ਆਉਂਦਾ ਤਾਂ ਬੰਦੇ ਨੂੰ ਥੋੜ੍ਹਾ ਜਿਹਾ ਬੋਝ ਜਿਹਾ ਪੈਣ ਲੱਗ ਜਾਂਦਾ, ਇਹ ਪਕੌੜੇ ਖਾਣੇ ਯਾਰ, ਕਿਤੇ ਬਲੱਡ ਪ੍ਰੈਸ਼ਰ, ਕਦੇ ਸ਼ੂਗਰ। ਪਰ ਤੁਸੀਂ ਪਕੌੜੇ ਵੀ ਖਵਾ ਦਿੰਦੇ ਹੋ, ਨਾਲ ਹੋਰ ਚੀਜ਼ਾਂ ਵੀ ਖਵਾ ਦਿੰਦੇ ਹੋ, ਨਾਲ ਉਹਨਾਂ ਨੂੰ ਸਵਸਥ ਵੀ ਰੱਖਦੇ ਹੋ। ਹਾਂਜੀ, ਇਹ ਬਿਲਕੁਲ ਜੀ। ਮਿਲਟਸ ਮੇਲਾ ਜਿਹੜਾ ਲੱਗਿਆ ਸੀਗਾ 22 ਤਰੀਕ ਨੂੰ, ਇਹ ਕੰਪਨੀ ਬਾਗ ਦੇ ਵਿੱਚ ਸੀਗੀ। ਬਾਕੀ ਮੈਂ ਬੈਕਬੋਨ ਨਹੀਂ ਹੈਗਾ, ਬੈਕਬੋਨ ਇਹਦੇ ਵਿੱਚ KVM ਦਾ ਅਹਿਮ ਰੋਲ ਹੈਗਾ, ਜਿਹੜਾ ਮੈਨੂੰ ਟੈਕਨੀਕਲ ਜਿਹੜੀ ਗਾਈਡ ਕਰਦੇ ਨੇ, ਜਿੰਨੀ ਵੀ ਟੈਕਨੀਕਲ ਗਾਈਡੈਂਸ ਹੁੰਦੀ ਆ ਉਹ ਦਿੰਦੇ ਹੈਗੇ ਨੇ KVM ਵਾਲੇ। ਐਂਡ ਥੈਂਕਸ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹ ਹਰ ਚੀਜ਼ ਛੋਟੀ ਛੋਟੀ ਜਿਹੜੀ ਆ ਉਤੋਂ ਜਾਣੂ ਵੀ ਕਰਵਾਉਂਦੇ ਨੇ। ਦੂਸਰਾ, ਇਹ ਉਸ ਮੇਲੇ ਦੇ ਵਿੱਚ ਮੇਨ ਰਜਿੰਦਰਪਾਲ ਸਿੰਘ ਹੁਣੀ ਜਿਹੜੇ ਫੂਡ ਕਮਿਸ਼ਨਰ ਹੈਗੇ ਨੇ ਉਹਨਾਂ ਦਾ ਸੀਗਾ, ਬਾਕੀ ਉਹਨਾਂ ਦੀ ਟੀਮ ਦਾ ਸੀਗਾ। ਉਹਦੇ ਸਾਰਿਆਂ ਦੇ ਹੀ ਸਹਿਯੋਗ ਦੇ ਨਾਲ, ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਇਹਦੇ ਵਿੱਚ ਕਾਫੀ ਵਧੀਆ ਹੁੰਗਾਰਾ ਮਿਲਿਆ, ਤੇ ਉਮੀਦ ਹੈ ਅੱਗੇ ਵੀ ਇਸ ਤਰ੍ਹਾਂ ਦੇ ਹੀ ਮੇਲੇ ਇਹ ਜਾਰੀ ਰਹਿਣਗੇ, ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਅਵੇਅਰਨੈਸ ਆ ਸਕੇ, ਤੇ ਇਹ ਜਿਹੜੀਆਂ ਹੈਲਥ ਇਸ਼ੂਜ਼ ਹੈਗੇ, ਜਿਹੜੀਆਂ ਮੇਜਰ ਕੰਪਲਿਕੇਸ਼ਨ ਤੇ ਮਾਈਨਰ ਕੰਪਲਿਕੇਸ਼ਨਸ ਹੈਗੀਆਂ ਨੇ, ਇਹ ਰਿਵਰਸ ਹੋ ਸਕਣ ਜੀ। ਡਾਕਟਰ ਸਾਹਿਬ, ਤੁਸੀਂ ਜਿੱਦਾਂ ਦੁੱਧ ਨੂੰ ਬੰਦ ਕਰਾ ਦਿੰਦੇ ਆ, ਆਮ ਤੌਰ 'ਤੇ ਤਾਂ ਸਾਡੀਆਂ ਜਿਹੜੇ ਗ੍ਰੰਥ ਪਹਿਲੇ ਕਹਿੰਦੇ ਸੀ ਵੀ ਦੁੱਧ ਦਾ ਜਿਹੜਾ ਹੈਗਾ ਜ਼ਰੂਰੀ ਹੈ, ਰਾਤ ਨੂੰ ਦੁੱਧ ਪੀ ਕੇ ਸੌਓ, ਔਰ ਤੁਸੀਂ ਦੁੱਧ ਬੰਦ ਕਰਾ ਦਿੰਦੇ ਹੋ, ਖਾਸ ਕਰਕੇ ਸ਼ੂਗਰ ਵਾਲੇ ਪੇਸ਼ੈਂਟਸ ਦਾ, ਥਾਇਰਾਇਡ ਵਾਲੇ ਪੇਸ਼ੈਂਟ ਦਾ, BP ਵਾਲੇ ਪੇਸ਼ੈਂਟਸ ਦਾ। ਕੀ ਕਹਿਣਾ ਚਾਹੋਗੇ? ਹਾਂਜੀ, ਬਿਲਕੁਲ ਜੀ। ਅਸੀਂ ਜਿਹੜਾ ਦੁੱਧ ਉਹ ਹਿਊਮਨ ਬੋਡੀ ਵਾਸਤੇ ਸੁਟੇਬਲ ਨਹੀਂ ਹੈਗਾ, ਉਹਦੇ ਪਿੱਛੇ ਬਹੁਤ ਵੱਡਾ ਵਿਗਿਆਨ ਹੈਗਾ। ਡਾਕਟਰ T. Campbell ਹੋਏ ਨੇ, ਉਹਨਾਂ ਨੇ ਇਹ 20 ਈਅਰਸ ਸਟੱਡੀ ਹੋਈ ਆ, ਜਿਹਨੂੰ ਚਾਈਨਾ ਬੇਸ ਸਟੱਡੀ ਵੀ ਕਹਿੰਦੇ ਆ। ਉਹਦੇ ਵਿੱਚ 12 ਕੰਟਰੀਜ਼ 'ਤੇ ਉਹਨਾਂ ਨੇ ਇਹ ਰਿਸਰਚ ਕੀਤੀ, ਜਿਸ 'ਚ ਫਿਨਲੈਂਡ, ਨਾਰਵੇ, ਇਹ ਮੇਰੇ ਕੋਲ ਰਿਸਰਚ ਪੇਪਰ ਹੈਗੇ ਨੇ, ਤੇ ਤੁਸੀਂ ਦੇਖ ਵੀ ਸਕਦੇ ਆ। ਇਹ ਕੰਟਰੀਜ਼ ਜਿਸ 'ਚ ਫਿਨਲੈਂਡ, ਨਾਰਵੇ, ਗ੍ਰੇਟ ਬ੍ਰਿਟੇਨ, ਅਦਰ ਕੰਟਰੀ, ਜਾਪਾਨ ਹੈਗਾ ਵਾ, ਕੈਨੇਡਾ, ਯੂਨਾਈਟਿਡ ਸਟੇਟਸ ਨੇ। ਉਹਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਮਿਲਕ ਦੀ ਪ੍ਰੋਡਕਸ਼ਨ ਆ ਉਹ ਹੈਗਾ ਫਿਨਲੈਂਡ, ਤੇ ਉੱਥੇ ਹੀ ਆਟੋਮਿਊਨ ਦੇ ਪੇਸ਼ੈਂਟ ਤੇ ਡਾਇਬਟਿਕ ਦੇ ਪੇਸ਼ੈਂਟ ਬਹੁਤ ਜ਼ਿਆਦਾ ਨੇ, ਤੇ ਉਹਦਾ ਕਰਕੇ ਜਿਹੜਾ ਇਹ ਰਿਸਰਚ ਆ। ਦੂਸਰੀ ਗੱਲ ਮੈਂ ਤੁਹਾਨੂੰ ਇਹ ਦੱਸਣੀ ਚਾਹਾਂਗਾ, ਜਿਹੜਾ ਐਨੀਮਲਸ ਦਾ ਫੂਡ ਵਾ ਉਹ ਜੈਨੇਟਿਕ ਮੋਡੀਫਾਈਡ ਮੱਕਾ ਵਾ, ਉਹਦੇ 'ਚ ਐਸਟ੍ਰੋਜਨ ਗ੍ਰਾਫ ਬਹੁਤ ਜ਼ਿਆਦਾ ਹੁੰਦਾ। ਤੇ ਉਸ ਤੋਂ ਅਗਲੀ ਗੱਲ ਹੈ, ਜਿਹੜਾ ਉਹਨਾਂ ਨੂੰ ਦੂਸਰਾ ਫੂਡ ਸੋਇਆਬੀਨ ਦਾ ਪੈਂਦਾ ਵਾ, ਉਹ ਵੀ ਜੈਨੇਟਿਕ ਮੋਡੀਫਾਈਡ ਆ। ਉਹਦੇ ਕਾਰਨ ਵੀ ਸਾਡਾ ਐਸਟ੍ਰੋਜਨ ਗ੍ਰਾਫ ਵੱਧ ਜਾਂਦਾ, ਸ਼ੂਗਰ ਗ੍ਰਾਫ ਵੱਧ ਜਾਂਦਾ ਮਿਲਕ ਦੇ ਕਾਰਨ। ਜਿਹੜਾ ਕਾਓ, ਜਰਸੀ ਕਾਊਜ਼ ਦਾ ਮਿਲਕ ਆ, ਜਰਸੀ ਕਾਓ IVF ਕਾਊਜ਼ ਨੇ, ਇਹ ਜਿਹੜੀ ਲੈਬ ਦੇ ਵਿੱਚ ਬਣੀ ਹੋਈ ਹੈ, ਨੈਚੁਰਲ ਪ੍ਰੋਸੈਸ 'ਚੋਂ ਨਹੀਂ ਨਿਕਲਦੀ ਇਹ ਕਾਓ। ਉਹਦੇ ਸਟ੍ਰੈਸ ਹਾਰਮੋਨਸ ਬਹੁਤ ਹੁੰਦੇ ਆ। ਮਤਲਬ ਪੁਰਾਤਨ ਸਮੇਂ ਦੀ ਜੇ ਤੁਸੀਂ ਗੱਲ ਕਰੋ, ਉਦੋਂ ਜਿਹੜੇ ਪਸ਼ੂ ਸੀ ਖੁੱਲ੍ਹੇ ਚਰਦੇ ਸੀ, ਹੱਸਦੇ ਸੀ, ਖੇਡਦੇ ਸੀ। ਹੁਣ ਇੱਕ ਸੰਗਲ ਪੈ ਕੇ ਕਿੱਲੇ ਨਾਲ ਬੱਧੇ ਹੁੰਦੇ ਆ, ਉਹਨਾਂ ਦੇ ਸਟ੍ਰੈਸ ਹਾਰਮੋਨਸ ਬਹੁਤ ਜ਼ਿਆਦਾ ਬਣਦੇ ਆ। ਉਹ ਜਿਹੜੀ ਪੀੜਾ ਵਾ ਉਹ ਦੁੱਧ 'ਚ ਆਉਂਦੀ, ਤੇ ਜਿਹੜਾ ਹਿਊਮਨ ਉਹਨੂੰ ਯੂਜ਼ ਕਰਦਾ ਉਹਨੂੰ ਉਹ ਤੋਂ ਪ੍ਰਭਾਵਿਤ ਉਹ ਹੁੰਦਾ ਹੀ ਹੁੰਦਾ। ਦੂਸਰਾ, ਮੈਂ ਪਨੀਰ ਤੋਂ ਮਨਾ ਕਰਦਾ। ਪਨੀਰ ਵੀ ਜਿਹੜਾ ਇਹ ਵਿਗਿਆਨ, ਜਿਹਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਦੀ ਰਿਸਰਚ ਹੈਗੀ ਆ ਕਿ ਇਹ ਪਨੀਰ ਸਾਨੂੰ ਆਟੋਮਿਊਨ 'ਚ ਵੀ ਲੈ ਜਾਂਦਾ, ਐਂਡ ਮਿਲਕ ਵੀ ਆਟੋਮਿਊਨ 'ਚ ਲੈ ਜਾਂਦਾ ਹੈਗਾ ਵਾ। ਉਹਦੇ ਵਿੱਚ ਇਹ ਬਹੁਤ ਕਲਾਇੰਟਸ ਤੋਂ ਜਿਹੜਾ ਮੈਂ ਪ੍ਰੈਕਟੀਕਲੀ ਦੇਖਿਆ ਵਾ, ਜਦੋਂ ਅਸੀਂ ਦੁੱਧ ਬੰਦ ਕਰਾ ਦਈਦਾ 15 ਡੇਜ਼ ਅਸੀਂ ਮੰਗੀਦੇ ਸਿਰਫ ਕਲਾਇੰਟ ਕੋ ਕਿ 15 ਡੇਜ਼ ਸਾਡੇ ਅਨੁਸਾਰ ਭੋਜਨ ਲਓ, ਜੇ ਤੁਹਾਨੂੰ ਨਹੀਂ ਫਰਕ ਪਏਗਾ ਤਾਂ ਤੁਸੀਂ ਉੱਤੇ ਫਿਰ ਸ਼ਿਫਟ ਹੋ ਜਾਣਾ। ਤੇ 15 ਡੇਜ਼ ਦੇ ਵਿੱਚ ਜਿਹੜੇ ਉਹਨਾਂ ਦੀ ਜੁਆਇੰਟਸ ਦੀ ਫਲੈਕਸੀਬਿਲਿਟੀ ਵੱਧ ਜਾਂਦੀ ਆ, ਸ਼ੂਗਰ ਗ੍ਰਾਫ ਜਿਨ੍ਹਾਂ ਦਾ ਹੁੰਦਾ ਉਹ ਨੋਰਮਲ ਹੋ ਜਾਂਦਾ, ਉਹਨਾਂ ਦੇ ਪੇਟ ਦੇ ਨਾਲ ਜਿਹੜੀਆਂ ਸੰਬੰਧਿਤ ਬਿਮਾਰੀਆਂ ਹੁੰਦੀਆਂ ਉਹ ਠੀਕ ਹੋ ਜਾਂਦੀਆਂ। ਵਰਲਡ ਦੀ 65% ਲੋਕਾਂ ਨੂੰ ਜਿਹੜਾ ਵਾ ਲੈਕਟੋਜ਼ ਜਿਹੜਾ ਵਾ ਉਹ ਸੁਟੇਬਲ ਹੀ ਨਹੀਂ ਹੈਗਾ, ਉਹਨਾਂ ਨੂੰ ਦੁੱਧ ਤੋਂ ਅਲਰਜੀ ਆ ਉਹ, ਪਰ ਫਿਰ ਵੀ ਸਾਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਇਹ ਤੋਂ ਸਾਨੂੰ ਅਲਰਜੀ ਹੈਗੀ ਆ ਜਾਂ ਕਿਵੇਂ ਆ ਜੀ। ਦੱਸੋ, ਉਹਦੇ ਨਾਲ ਨਾਲ ਦਹੀਂ, ਜਿਹੜਾ ਕਿ ਤੁਸੀਂ ਦਹੀਂ ਅਸੀਂ ਤੁਹਾਡੀ ਸਟਾਲ 'ਤੇ ਵੀ ਖਾਧਾ, ਬਾਥੂ ਵਾਲਾ ਤੁਸੀਂ ਦਹੀਂ ਬੜਾ ਸਵਾਦ ਖਿਲਾਇਆ ਸੀਗਾ। ਕੀ ਕਹਿਣਾ ਚਾਹੋਗੇ ਦਹੀਂ ਬਾਰੇ? ਕੀ ਕਹਿਣਾ ਚਾਹੋਗੇ ਕਿ ਦਹੀਂ ਯੈਸ, ਦਹੀਂ ਦੇ ਵਿੱਚ ਫਰਮੈਂਟੇਸ਼ਨ ਜਦੋਂ ਹੋ ਜਾਂਦੀ ਆ, ਉਹਨੂੰ ਜਾਗ ਲੱਗ ਜਾਂਦੀ ਹੈ, ਤੇ ਉਹਦੇ ਵਿੱਚ ਲੈਕਟਿਕ ਬੈਸੀਲਸ ਜਿਹੜੇ ਆ ਜਾਂਦੇ ਨੇ, ਉਹ ਸਾਡੀ ਗੱਟ ਵਾਸਤੇ ਬਹੁਤ ਹੈਲਦੀ ਨੇ। ਉਹ ਮਾਈਕਰੋਬਸ ਵਾਸਤੇ, ਮਾਈਕਰੋਬਸ ਨੂੰ ਇੰਟੈਲੀਜੈਂਟ ਬਣਾਉਂਦੇ ਨੇ। ਉਹਦੇ ਨਾਲ ਸਾਡੀ ਜਿਹੜੀ ਆ ਇਮਿਊਨਿਟੀ ਬੂਸਟ ਹੁੰਦੀ ਆ, ਸਾਡਾ ਜਿਹੜਾ ਪੇਟ ਵਾ ਉਹਦੀਆਂ ਬਿਮਾਰੀਆਂ ਵੀ ਘਟਦੀਆਂ ਹੈਗੀਆਂ ਨੇ। ਤੇ ਇਸ ਵਾਸਤੇ ਅਸੀਂ ਜਿਹੜਾ ਦਹੀਂ ਤੇ ਪਲੱਸ A to Q
ਉਹਨੂੰ ਪ੍ਰਮੋਟ ਕਰਦੇ ਹਾਂ ਕਿ ਉਹ ਮਨੁੱਖ ਹਿਊਮਨ ਨੂੰ ਉਹ ਤੁਹਾਡਾ LDL ਗ੍ਰਾਫ ਨਹੀਂ ਵਧਾਏਗਾ, ਕੋਲੈਸਟਰੋਲ ਗ੍ਰਾਫ ਜਿਹੜਾ ਵਾ ਉਹ ਨਹੀਂ ਬੈਡ ਕੋਲੈਸਟਰੋਲ ਨਹੀਂ ਵਧਾਏਗਾ, HDL ਜਿਹੜਾ ਗੁੱਡ ਕੋਲੈਸਟਰੋਲ ਆ ਉਹਨੂੰ ਹੀ ਵਧਾਉਂਦਾ ਹੈਗਾ ਵਾ। ਉਹ ਹਿਊਮਨ ਬਾਡੀ ਵਾਸਤੇ ਸੁਟੇਬਲ ਹੈਗਾ। ਇਹ ਜਿਹੜੀ ਪੁਰਾਤਨ ਰਿਸਰਚ ਸੀਗੀ ਉਹ ਹੁਣ ਤੇ ਸਾਬਤ ਹੋ ਚੁੱਕੀ ਹੈ ਕਿ ਉਹ ਸਭ ਜਿਹੜਾ ਰਿਫਾਈਨਡ ਨੂੰ ਇੰਨਾ ਪ੍ਰਮੋਟ ਕੀਤਾ ਗਿਆ ਤੇ ਘਿਓ ਨੂੰ ਕਿਹਾ ਕਿ ਅੱਛਾ ਨਹੀਂ ਹੈਗਾ, ਉਹ ਸਾਰੇ ਉਹਦੇ ਹੁਣ ਸਬੂਤ ਮਿਲ ਗਏ ਹੈਗੇ ਉਸ ਰਿਸਰਚ। ਉਹ ਤੁਸੀਂ ਗੂਗਲ 'ਤੇ ਵੀ ਦੇਖ ਸਕਦੇ ਹੋ ਜਾਂ ਰਿਸਰਚ ਪੇਪਰ ਤੁਹਾਨੂੰ ਮੈਂ ਦੇ ਦੇਵਾਂਗਾ ਕਿ ਉਹ ਸਭ ਕੁਝ ਫੇਕ ਸੀਗਾ। ਉਹ ਕੀ ਹੋਇਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਡਿਟੇਲ 'ਚ ਦੱਸ ਦੇਵਾਂਗਾ ਜੀ। ਦੱਸਾਂ ਇਸ ਚੈਨਲ ਦੇ ਮਾਧਿਅਮ ਤੇ ਚਾਹੇ ਉਹ ਇੰਡੀਆ 'ਚ ਬੈਠਾ ਕੋਈ ਚਾਹੇ ਬਾਹਰ ਬੈਠਾ ਹੈਗਾ, ਅਗਰ ਉਹ ਚਾਹਵੇ ਕਿ ਅਸੀਂ ਡਾਕਟਰ ਹਰਨੇਕ ਦੇ ਨਾਲ ਆ ਕੇ 15-20 ਦਿਨ 25 ਦਿਨ ਜਿੰਨੇ ਮਰਜ਼ੀ ਸਾਨੂੰ ਦਿਨ ਲੱਗ ਜਾਣ ਅਸੀਂ ਸਵਸਥ ਹੋ ਕੇ ਜਾਈਏ, ਉਹ ਇੱਥੇ ਆ ਕੇ ਚਾਹੇ ਉਹ PG ਲੈਣ, ਚਾਹੇ ਉਹ ਕਿਸੇ ਹੋਟਲ 'ਚ ਰਹਿਣ, ਧਰਮਸ਼ਾਲਾ 'ਚ ਰਹਿਣ, ਗੁਰਦੁਆਰਾ ਸਾਹਿਬ 'ਚ ਰਹਿਣ। ਅਗਰ ਕੋਈ ਬੰਦਾ ਇਹ ਚਾਹੁੰਦਾ ਕਿ ਅਸੀਂ ਰੈਗੂਲਰ, ਕਿਉਂਕਿ ਦੂਰੋਂ ਕਈ ਵਾਰ ਅਗਲੇ ਨੂੰ ਇੱਦਾਂ ਹੁੰਦਾ ਕਿ ਤੁਸੀਂ ਇੱਕ ਵਾਰੀ ਮੈਡੀਸਨ ਦੇ ਦਿੰਦੇ ਹੋ, ਇੱਕ ਵਾਰੀ ਉਹਨਾਂ ਨੂੰ ਮਿਲਟਸ ਦੇ ਦਿੰਦੇ ਹੋ, ਉਹ ਲੈ ਜਾਣ, ਫਿਰ 15 ਦਿਨ ਦਾ ਮਤਲਬ ਜਾਂ 10 ਦਿਨ ਦਾ ਵਕਫਾ ਵੀ ਪੈ ਸਕਦਾ ਹੈਗਾ। ਕਿਉਂਕਿ ਲੋਕਾਂ ਨੂੰ ਅੱਜ ਕੱਲ੍ਹ ਲੋਕ ਬੜੇ ਬਿਮਾਰ ਨੇ, ਕਿਸੇ ਦੀ ਸ਼ੂਗਰ ਜਿਹੜੀ ਹੈਗੀ ਆ ਉਹ 500 ਤੋਂ ਟੱਪੀ ਪਈ ਆ, 900 ਤੋਂ ਟੱਪੀ ਪਈ ਆ, ਬੁਰਾ ਹਾਲ ਤੇ ਬੌਂਕੇ ਦਿਹਾੜੇ ਹੈਗੇ ਆ ਮਾਰਕੀਟ ਦੇ ਵਿੱਚ, ਔਰ ਲੋਕ ਬੜੇ ਉਦਾਸ ਨੇ, ਦੁਖੀ ਨੇ। ਅਗਰ ਉਹ ਲੋਕ ਤੁਹਾਡੇ ਨਾਲ ਉੱਦਾਂ ਜੁੜਨਾ ਚਾਹਣ, ਇੱਥੇ ਆਉਣਾ ਚਾਹੁੰਦੇ ਆ, ਇੱਕ ਵਾਰੀ ਵਿਜ਼ਿਟ ਲੈ ਜਾਣ, ਉਦੋਂ ਬਾਅਦ 'ਚ ਘਰੇ ਆਪਦੇ ਜਾ ਕੇ ਆਰਾਮ ਨਾਲ ਰਹਿ ਵੀ ਸਕਦੇ ਆ, ਪਰ ਭੋਜਨ ਤੁਹਾਡੇ ਅਨੁਸਾਰ ਕਰ ਲੈਣ ਤਾਂ ਫਿਰ ਵੀ ਠੀਕ ਹੋ ਸਕਦੇ ਆ। ਹਾਂ ਬਿਲਕੁਲ ਜੀ, ਇਹ ਬਹੁਤ ਵਧੀਆ ਗੱਲ ਤੁਸੀਂ ਪੁੱਛ ਰਹੇ ਹੋ ਅਤੇ ਇਹਦਾ ਜਵਾਬ ਇਹ ਹੈਗਾ ਕਿ ਮੇਰੇ ਅਨੇਕਾਂ ਹੀ ਕਲਾਇੰਟਸ ਜਿਹੜੇ ਅਬਰੋਡ ਤੋਂ ਨੇ, ਅਮਰੀਕਾ, ਕੈਨੇਡਾ ਐਂਡ ਡਿਫਰੈਂਟ ਕੰਟਰੀਜ਼ ਤੋਂ ਹੈਗੇ ਨੇ। ਉਹਨਾਂ ਨੂੰ ਮੈਂ ਉਹਨਾਂ ਦੇ ਜਿਹੜੀਆਂ ਉਹਨਾਂ ਨੂੰ ਹੈਲਥ ਇਸ਼ੂਜ਼ ਹੁੰਦੇ ਆ ਉਹ ਲਿਖ ਕੇ ਮੈਨੂੰ ਭੇਜ ਦਿੰਦੇ ਨੇ ਕਿ ਮੈਨੂੰ ਇਹ ਹੈਗਾ, ਇਹ ਕੰਪਲੀਕੇਸ਼ਨਸ ਆ। ਉਹਨਾਂ ਦੀ ਫਿਰ ਮੈਂ ਇੱਕ ਪ੍ਰੋਟੋਕੋਲ ਬਣਾਉਂਦਾ ਹੈਗਾ ਵਾਂ, ਜਿਹੜੀ ਉਹ ਪ੍ਰੋਟੋਕੋਲ ਬਣਾ ਕੇ ਤੇ ਉਹਨਾਂ ਨੂੰ ਉਹ ਭੇਜ ਦੇਣੇ ਆ। ਨਾਲ ਉਹਨਾਂ ਨੂੰ ਜੇ ਤੇ ਉੱਥੋਂ ਮਿਲਟਸ ਮਿਲ ਜਾਣ ਠੀਕ ਹੈ, ਫਿਰ ਉਹਨਾਂ ਨੇ ਉੱਥੋਂ ਪਰਚੇਜ਼ ਕਰ ਲੈਂਦੇ ਨੇ, ਨਹੀਂ ਤਾਂ ਅਸੀਂ ਇੱਥੋਂ ਮਿਲਟਸ ਦਾ ਉਹਨਾਂ ਨੂੰ ਕੋਰੀਅਰ ਪਾਰਸਲ ਰਾਹੀਂ ਭੇਜ ਦਈਦੇ ਆ। ਬਾਕੀ ਇੰਡੀਆ ਦੇ ਵਿੱਚ ਮੇਰੇ ਕੋਲ ਅਨੇਕਾਂ ਵਿਅਕਤੀ ਨੇ ਜਿਹੜੇ ਮੈਨੂੰ ਅਜੇ ਤੱਕ ਮਿਲੇ ਵੀ ਨਹੀਂ ਹੈਗੇ ਫਿਜ਼ੀਕਲੀ, ਔਰ ਉਹਨਾਂ ਨੇ ਜਿਹੜੀਆਂ ਆਪਣੀਆਂ ਪਟਿਆਲਾ ਤੋਂ ਹਰਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ, ਉਹਨਾਂ ਨੂੰ ਜਦੋਂ ਮੇਰੇ ਕੋਲ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਦਾ ਉਹ 30 ਯੂਨਿਟਸ ਇਨਸੂਲਿਨ ਦੇ ਸਵੇਰੇ ਲੈਂਦੇ ਸੀ, 8 ਯੂਨਿਟਸ ਉਹਨਾਂ ਦੇ ਸ਼ਾਮ ਨੂੰ ਲੈਂਦੇ ਸੀਗੇ, ਅਤੇ ਉਹਨਾਂ ਨੂੰ ਕਰੀਬਨ ਉਹਨਾਂ ਨੇ 1 ਅਗਸਤ ਤੋਂ ਆਪਣਾ ਪ੍ਰੋਟੋਕੋਲ ਸ਼ੁਰੂ ਕੀਤਾ ਸੀਗਾ ਅਤੇ 10 ਅਗਸਤ ਨੂੰ ਉਹਨਾਂ ਦਾ ਇਨਸੂਲਿਨ ਜਿਹੜਾ ਸਵੇਰ ਦਾ ਅਤੇ ਸ਼ਾਮ ਦਾ ਬੰਦ ਹੋ ਗਿਆ ਸੀ। ਉਹ ਅੱਜ ਤੱਕ ਮੈਨੂੰ ਮਿਲੇ ਨਹੀਂ। ਉਹਨਾਂ ਦਾ ਪਾਰਸਲ ਇੱਥੋਂ ਹੀ ਜਾਂਦੇ ਆ, ਪਾਰਸਲ ਉਹਨਾਂ ਦਾ ਕੋਰੀਅਰ ਜਾਂਦਾ ਹੈਗਾ ਅਤੇ ਉਹ ਮੇਰੇ ਅਨੁਸਾਰ ਹੀ ਭੋਜਨ ਕਰ ਰਹੇ ਨੇ, ਪ੍ਰੋਟੋਕੋਲ ਦੇ ਅਨੁਸਾਰ। ਜਦੋਂ ਵੀ ਉਹਨਾਂ ਨੂੰ ਕੋਈ ਕੰਪਲੀਕੇਸ਼ਨ ਆਉਂਦੀ ਹੈ ਜਾਂ ਉਹਨਾਂ ਨੂੰ ਕਰਦਾ ਵੀ ਹੁਣ ਕਿਵੇਂ ਕਰਨਾ, ਉਹ ਸਾਡੀ ਫੋਨ 'ਤੇ ਜਿਹੜੀ ਗੱਲ ਹੋ ਜਾਂਦੀ ਆ, ਉਸ ਤਰ੍ਹਾਂ ਉਹਨਾਂ ਨੂੰ ਦੱਸ ਦਈਦਾ। ਬਹੁਤ ਵਧੀਆ ਉਹਨਾਂ ਦੇ ਅਨੇਕਾਂ ਜਿਹੜੇ ਹੈਗੇ ਆ ਉਹਨਾਂ ਦੇ ਕਮੈਂਟਸ ਵੀ ਆਉਂਦੇ ਆ ਕਿ ਮੈਂ ਬਹੁਤ ਵਧੀਆ, ਮੈਂ ਆਈ ਐਮ ਪਰਫੈਕਟਲੀ ਫਾਈਨ ਇਨ ਦਾ ਇਨਸੂਲਿਨ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਡਾਈਟੀਸ਼ੀਅਨ ਅੱਜ ਬਹੁਤ ਲੋਕ ਬੈਠੇ ਨੇ ਔਰ ਕਈ ਨੇ ਕੋਰਸ ਕੀਤਾ, ਕਈ ਵੈਸੇ ਵੀ ਡਾਈਟ ਦੇ ਨਾਲ, ਕਿਉਂਕਿ ਲੋਕਾਂ ਦਾ ਇਹ ਮਾਰਕੀਟ ਬਹੁਤ ਵੱਡੀ ਹੈ ਔਰ ਤੁਸੀਂ ਐਜ਼ ਏ ਡਾਈਟੀਸ਼ੀਅਨ ਵੀ ਕੰਮ ਕਰ ਰਹੇ ਹੋ। ਤੁਸੀਂ ਜਿਹੜੇ ਲੋਕ ਮੋਟਾਪੇ ਦਾ ਸ਼ਿਕਾਰ ਨੇ, ਜਿਹੜੇ ਲੋਕ ਥਾਇਰਾਇਡ ਦਾ ਸ਼ਿਕਾਰ ਨੇ, ਜਿਹੜੇ ਲੋਕ PCOD ਦੇ ਕਰਕੇ ਪ੍ਰੋਬਲਮਸ ਦੇ ਵਿੱਚ ਆਏ ਹੋਏ ਨੇ, ਲੜਕੀਆਂ, ਯੰਗ ਬਲੱਡਡ, ਕੀ ਕਹਿਣਾ ਚਾਹੋਗੇ ਕਿ ਹਰ ਚੀਜ਼ ਦਾ ਜਿਹੜਾ ਹੈਗਾ ਇਲਾਜ ਡਾਕਟਰ ਨੇ ਕਰਦਾ, ਔਰ ਇੱਕ ਵਾਰੀ ਉਹ ਪੇਸ਼ੈਂਟ ਜ਼ਰੂਰ ਆ ਜਾਵੇ ਜਾਂ ਉਹ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਆਪਣਾ ਜਿਹੜਾ ਬਾਇਓ ਉਹ ਲਿਖ ਕੇ ਭੇਜ ਦੇਵੇ ਵੀ ਕੀ ਪ੍ਰੋਬਲਮਾਂ ਤੋਂ ਮੈਂ ਹੈਗਾ, ਪ੍ਰੋਬਲਮ ਮੈਨੂੰ ਘੇਰ ਰਹੀ ਹਾਂ। ਹਾਂ ਬਿਲਕੁਲ ਜੀ, ਜਿੰਨੇ ਵੀ ਉਹ ਓਵਰਵੇਟ ਹੈਗੇ ਨੇ ਉਹਨਾਂ ਨੂੰ ਕਰੀਬਨ ਫਸਟ ਮੰਥ ਜਿਹੜਾ 10% ਜਿਹੜਾ ਬੋਡੀ ਵੇਟ ਰਿਡਿਊਸ ਹੋ ਜਾਂਦਾ ਹੈਗਾ ਵਾ। ਬਾਕੀ ਉਸ ਤੋਂ ਜੇ ਥਾਇਰਾਇਡ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਉਹਨੂੰ ਕਰੀਬਨ ਉਦੋਂ ਬੋਡੀ ਵੇਟ ਘੱਟ ਰਿਡਿਊਸ ਹੁੰਦਾ, ਉਹਨਾਂ ਨੂੰ 3-4 ਮਹੀਨੇ ਥਾਇਰਾਇਡ ਦੀ ਪਿਲਸ ਨੂੰ ਬੰਦ ਕਰਦਿਆਂ ਲੱਗ ਜਾਂਦੇ, ਕਈ ਵਾਰ 6 ਮਹੀਨੇ ਵੀ ਲੱਗ ਜਾਂਦੇ ਆ। ਉਹਦੇ ਵਿੱਚ ਅਸੀਂ 12.5 ਦੇ ਹਿਸਾਬ ਨਾਲ ਜਿੰਨੀ ਵੀ ਉਹਨਾਂ ਦੇ ਜਿਹੜੇ ਡਾਕਟਰ ਸਾਹਿਬ ਕੋਲ ਮੈਡੀਸਨ ਚੱਲ ਰਹੀ ਹੁੰਦੀ ਹੈ ਉਹ ਆਪੇ ਹੀ ਉਹਨੂੰ ਘਟਾ ਦਿੰਦੇ ਨੇ, ਅਖੀਰ 'ਤੇ ਉਹ ਦਵਾਈ ਅਮਿਟ ਹੋ ਜਾਂਦੀ ਹੈ ਅਤੇ ਉਹ ਬਹੁਤ ਵਧੀਆ ਜੀਵਨ ਬਤੀਤ ਕਰਦੇ ਨੇ। ਉਹਨਾਂ ਦਾ ਜਿਹੜਾ ਮੋਟਾਪਾ ਹੁੰਦਾ ਉਹ ਵੀ ਨੋਰਮਲ ਹੋ ਜਾਂਦਾ ਵਾ, ਐਨਰਜੀ ਗ੍ਰਾਫ ਬਹੁਤ ਵਧੀਆ ਹੋ ਜਾਂਦਾ ਇਸ ਦੇ ਨਾਲ। ਮਤਲਬ ਜਿਹੜਾ ਵਿਅਕਤੀ 4 ਘੰਟੇ ਕੰਮ ਕਰਦਾ ਮਿਲਟਸ ਕਣਕ ਚਾਵਲ ਖਾ ਕੇ, ਉਹ ਇਹ ਮਿਲਟਸ ਖਾ ਕੇ 8 ਘੰਟੇ ਕੰਮ ਕਰੇਗਾ। ਬਾਕੀ PCOD ਦਾ ਜਿਹੜਾ ਹੈਗਾ ਵਾ, ਇਹ ਵੀ ਜਿਹੜੀ ਕੰਪਲੀਕੇਸ਼ਨ ਫੀਮੇਲ ਦੇ ਵਿੱਚ ਹੈਗੀ ਆ, ਇਹ ਵੀ ਰਿਵਰਸ ਹੋ ਜਾਂਦੀ ਆ। ਹਾਰਮੋਨਲ ਜਿਹੜੇ ਇੰਬੈਲੈਂਸ ਆ ਉਹ ਨੋਰਮਲ ਹੋ ਜਾਂਦਾ। ਮੇਲ ਦੇ ਵਿੱਚ ਜਿਹੜਾ ਸਪਰਮ ਕਾਊਂਟ ਘੱਟ ਹੁੰਦਾ ਵਾ, ਉਹ ਵੀ ਜਿਹੜਾ ਵਾ ਉਹਦਾ ਜਿਹੜਾ ਸਪਰਮ ਕਾਊਂਟ ਆ ਉਹ ਨੋਰਮਲ ਹੋ ਜਾਂਦਾ ਹੈਗਾ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ
ਜਿਸ ਤਰੀਕੇ ਦੇ ਨਾਲ ਤੁਸੀਂ ਇਨਫਰਟਿਲਿਟੀ ਦੀ ਵੀ ਗੱਲ ਕੀਤੀ ਆ ਕਿ ਫਰਟਾਈਲ ਕਪਲਸ ਹੈਗੇ ਆ ਉਹ ਵੀ ਤੁਹਾਨੂੰ ਮਿਲ ਸਕਦੇ ਹੈਗੇ ਆ, ਉਹ ਵੀ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਆਪਣੇ ਆਪ ਨੂੰ ਫਰਟਾਈਲ ਕਰ ਸਕਦੇ ਆ। ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਕਈ ਲੋਕ ਜਿਹੜੇ ਹੈਗੇ ਆ ਇਸ ਬਿਮਾਰੀ ਤੋਂ, ਜਿਵੇਂ ਸਪਰਮਸ ਦੀ ਗੱਲ ਕੀਤੀ, ਮੇਲ ਇਨਫਰਟਿਲਿਟੀ ਦੀ ਗੱਲ ਕੀਤੀ, ਜਿਹਦੇ ਲਈ ਬੰਦਿਆਂ ਨੂੰ ਬਹੁਤ ਵੱਡੇ ਵੱਡੇ ਇਲਾਜ ਔਰ ਉਹ ਤਾਕਤ ਦੇ ਬਾਦਸ਼ਾਹਾਂ ਕੋਲ ਜਾਂਦੇ ਆ, ਉਹਦੀ ਥਾਂ 'ਤੇ ਹਰਨੇਕ ਸਿੰਘ ਨੂੰ ਇੱਕ ਵਾਰੀ ਮਿਲਣ ਤਾਂ ਉਹ ਜਿਹੜੇ ਇਰੈਕਟਾਈਲ ਡਿਸ ਇਨਫੈਕਸ਼ਨ ਹੈਗੀ ਆ, ਕੋਈ ਹੋਰ ਪ੍ਰੋਬਲਮ ਹੈਗੀ ਆ, ਕੋਈ ਸੈਕਸ਼ੂਅਲ ਉਹਨਾਂ ਨੂੰ ਇਨਐਕਟਿਵਨੈਸ ਹੈਗੀ ਆ, ਕੀ ਕਹਿਣਾ ਚਾਹੋਗੇ ਕਿ ਉਹ ਵੀ ਸਾਰਾ ਕੁਝ ਜਿਹੜਾ ਹੈਗਾ ਉਹ ਡਾਕਟਰ ਹਰਨੇਕ ਨਾਲ ਇੱਕ ਵਾਰੀ ਆ ਕੇ ਮਿਲ ਲੈਣ ਜਾਂ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸ ਦੇਣ ਤਾਂ ਉਹ ਵੀ ਠੀਕ ਹੋ ਸਕਦਾ? ਯੈਸ, 100% ਜੀ। ਉਹ ਜੇ ਪ੍ਰੋਪਰ ਡਿਸਿਪਲਿਨ 'ਚ ਆ ਜਾਣਗੇ, ਪ੍ਰੋਪਰ ਡਾਈਟ ਦੇ ਅਨੁਸਾਰ ਜਿਵੇਂ ਅਸੀਂ ਕਵਾਂਗੇ ਉਵੇਂ ਉਹ ਲੈਣਗੇ ਤੇ ਉਹਨਾਂ ਨੂੰ ਬਿਲਕੁਲ ਇਹ ਰਿਵਰਸ ਹੋ ਜਾਏਗਾ। ਪ੍ਰੋਸਟੇਟ ਗਲੈਂਡ ਉਹਨਾਂ ਦਾ ਜਿਹੜਾ ਵਾ ਉਹ ਬਹੁਤ ਵਧੀਆ। ਪ੍ਰੋਸਟੇਟ ਗਲੈਂਡ ਦੇ ਵਿੱਚ ਜਿਹੜਾ ਵਾ ਉਹ ਜਿਹੜਾ ਫਲੂਇਡ ਆਉਂਦਾ ਵਾ ਉਹ ਜੇ ਘਟ ਜਾਵੇ, ਫਲੂਇਡ ਨਾ ਆਵੇ, ਸਾਡੇ ਟੈਸਟੀਕਲ ਦੇ ਉੱਪਰ ਜਿਹੜੀ ਥੈਲੀ ਹੁੰਦੀ ਆ ਉਹਦੇ ਵਿੱਚ ਉਹ ਜਦੋਂ ਫਲੂਇਡ ਐਂਟਰ ਹੁੰਦਾ ਉਹ ਯੂਰਿਨ ਜਿਹੜਾ ਹੁੰਦਾ ਟਰੈਕ ਉਹਨੂੰ ਲੌਕ ਕਰਦਾ ਵਾ। ਉਹ ਜਿਹੜਾ ਫਲੂਇਡ ਦੇ ਨਾਲ ਰਿਐਕਸ਼ਨ ਜਿਹੜੀ ਆ ਉਹ ਆਉਣ ਦੇ ਨਾਲ ਜੇ ਉਹ ਫਲੂਇਡ ਘੱਟ ਆਉਂਦਾ ਤੇ ਰਿਐਕਸ਼ਨ ਜਿਹੜੀ ਆ ਉਹ ਘੱਟ ਜਾਂਦੀ ਆ। ਜੇ ਥੱਲੇ ਥੈਲੀ ਦੇ ਵਿੱਚ ਜਿਹੜਾ ਹੈਗਾ ਵਾ ਫਲੂਇਡ ਨਹੀਂ ਹੈਗਾ ਸੀਮਨ ਤੇ ਤਾਂ ਵੀ ਹੀ ਉਹ ਰਿਐਕਸ਼ਨ ਦੀ ਪ੍ਰੋਬਲਮ ਆਉਂਦੀ ਹੈ। ਉਹ ਦੋਨੋਂ ਹੀ ਚੀਜ਼ਾਂ ਨੋਰਮਲ ਹੋ ਜਾਂਦੀਆਂ। ਯੂਰਿਨ ਪ੍ਰੈਸ਼ਰ ਜਿਹੜਾ ਵਾ ਉਹਨਾਂ ਦਾ ਉਹ ਨੋਰਮਲ ਹੋ ਜਾਂਦਾ ਵਾ। ਬਾਕੀ ਇਹ ਕੋਈ ਵੀ ਮੈਂ ਕਿਹਾ ਕੋਈ ਵੀ ਕੰਪਲਿਕੇਸ਼ਨ ਜਿਹੜੀ ਆ ਆਰਥਰਾਈਟਿਸ ਤੇ ਇਹ ਬਹੁਤ ਆ। ਆਟੋ ਇਮਿਊਨ ਦੇ ਵਿੱਚ ਇਹਦੇ ਮੈਂ ਬੜੇ ਕੇਸਿਸ ਨੇ, ਸ਼ਾਇਦ ਤੁਹਾਨੂੰ ਮੈਂ ਉੱਥੇ ਮਿਲਾਇਆ ਵੀ ਸੀ ਜਿਨ੍ਹਾਂ ਨੂੰ PGI ਤੋਂ ਜਿਨ੍ਹਾਂ ਨੇ ਉਹਨਾਂ ਨੇ ਟਰੀਟਮੈਂਟ ਚੱਲਦਾ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਵੀ ਇਹ ਜੀਵਨ ਭਰ ਤੁਹਾਨੂੰ ਲੈਣੇ ਪੈਣੇ ਆ। ਤਾਂ ਉਹ ਦੇਖ ਲਓ ਹੁਣ ਨੋਰਮਲੀ ਮਿਲਟਸ ਦੇ ਨੇ ਉਹ ਨੋਰਮਲ ਉਹਨਾਂ ਦੇ ਜਿਹੜੀ ਬਲੀਡਿੰਗ ਆਉਂਦੀ ਸੀ ਮਾਊਥ 'ਚੋਂ ਜਿਹੜੀ ਮੇਜਰ ਕੰਪਲਿਕੇਸ਼ਨ ਸੀ ਉਹਨਾਂ ਦੀ ਸਾਰੀ ਰਿਵਰਸ ਹੋ ਗਈ ਆ ਤੇ ਹੁਣ ਉਹ ਕੋਈ ਨੋਰਮਲੀ ਆਪਣਾ ਜੀਵਨ ਬਤੀਤ ਕਰ ਰਹੇ ਹੈਗੇ ਨੇ ਜੀ। ਦਰਸ਼ਕੋ, ਅਗਰ ਤੁਹਾਡੇ ਵਾਲ ਝੜਦੇ ਆ, ਤੁਸੀਂ ਸਕਿਨ ਦੀਆਂ ਬਿਮਾਰੀਆਂ ਤੋਂ, ਤੁਹਾਡੇ ਕੀਲ ਮੁਹਾਸੇ ਆ, ਤੁਹਾਡੇ ਛਾਈਆਂ ਨੇ, ਤੁਸੀਂ ਈਵਨ ਫਲੈਰੀ ਤੱਕ ਦਾ ਜਿਹੜੀਆਂ ਚੀਜ਼ਾਂ ਹੈਗੀਆਂ ਕੰਪਲਿਕੇਟਡ ਤੋਂ ਕੰਪਲਿਕੇਟਡ, ਉਹਨਾਂ ਦੇ ਵਿੱਚ ਵੀ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹਾਂ, ਡਾਕਟਰ ਹਰਨੇਕ ਜੀ ਨਾਲ। ਡਾਕਟਰ ਹਰਨੇਕ ਜੀ, ਕੀ ਉਹ ਵੀ ਕੰਪਲਿਕੇਸ਼ਨ ਜਿਹੜੀਆਂ ਵੱਡੀਆਂ ਵੱਡੀਆਂ ਕੰਪਲਿਕੇਸ਼ਨ ਸਕਿਨ ਦੀਆਂ ਆਉਂਦੀਆਂ, ਉਹ ਵੀ ਅਗਰ ਉਹ ਮਿਲਟਸ ਨਾਲ ਜੁੜ ਜਾਣ ਔਰ ਸਾਲ ਡੇਢ ਸਾਲ ਤੁਹਾਡੇ ਨਾਲ ਅਟੈਚ ਕਰਕੇ ਜਿੱਦਾਂ ਤੁਸੀਂ ਲਾਈਫ ਸਟਾਈਲ ਦੇ ਵਿੱਚ ਚੇਂਜ ਕਹਿੰਦੇ ਆ, ਤੇ ਉਹ ਵੀ ਚੀਜ਼ਾਂ ਹੋ ਸਕਦੀਆਂ ਰਿਵਰਸ ਹੋ ਜਾਣ? ਯੈਸ, ਜਿਵੇਂ ਹੇਅਰ ਫਾਲਿੰਗ ਦੀ ਗੱਲ ਕਰਦੇ ਹੋ, ਹੇਅਰ ਫਾਲਿੰਗ ਦੇ ਅਨੇਕਾਂ ਕਾਰਨ ਨੇ। ਕਈ ਵਾਰਾਂ ਹੇਅਰ ਸਟ੍ਰੈਸ ਕਾਰਨ ਵੀ ਹੋ ਜਾਂਦਾ ਵਾ। ਮਤਲਬ ਤੁਹਾਨੂੰ ਮੈਂ ਦੱਸਿਆ ਫੂਡ ਜਿਹੜਾ ਉਹ ਸਾਨੂੰ ਸ਼ਾਂਤ ਵੀ ਕਰਦਾ, ਖੁਸ਼ ਵੀ ਕਰਦਾ, ਉਦਾਸੀ। ਉਹਦੇ 'ਚ ਅਸੀਂ ਕੁਝ ਉਹਨਾਂ ਨੂੰ ਫਿਜ਼ੀਕਲ ਐਕਸਰਸਾਈਜ਼ ਦੱਸੀ ਦੀਆਂ, ਮਿਲਟਸ ਦੇ ਨਾਲ ਹੇਅਰ ਫਾਲਿੰਗ ਜਿਹੜੀ ਆ ਹਟ ਜਾਂਦੀ ਹੈ। ਬਾਕੀ ਅਦਰ ਵੀ ਜਿਹੜੀਆਂ ਫਲੈਰੀ ਦੀ ਤੁਸੀਂ ਗੱਲ ਕੀਤੀ ਆ, ਉਹ ਪ੍ਰੋਪਰ ਇੱਕ ਡਾਈਟ 'ਤੇ ਆਉਣਾ ਪੈਂਦਾ, ਉਹਨੂੰ ਥੋੜ੍ਹਾ ਸਮਾਂ ਵੱਧ ਲੱਗਦਾ, ਉਹ ਵੀ ਰਿਵਰਸ ਹੋ ਜਾਂਦੀ ਹੈ ਜੀ। ਜੇ ਕੋਈ ਹੋਵੇ ਕਈ ਕੇਸਿਸ ਦੇ ਵਿੱਚ ਮਤਲਬ ਹੋ ਸਕਦਾ ਨਾ ਹੋਵੇ, ਉਂਝ ਆਮ ਤੌਰ 'ਤੇ ਰਿਵਰਸ ਹੋ ਜਾਂਦੀ ਹੈ ਜੀ। ਡਾਕਟਰ ਸਾਹਿਬ, ਡਿਪਰੈਸ਼ਨ ਜਿਹੜਾ ਕਿ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਬਹੁਤ ਜ਼ਿਆਦਾ ਵਧਿਆ, ਪਹਿਲਾਂ ਲੋਕਾਂ ਨੂੰ ਡਿਪਰੈਸ਼ਨ ਦਾ ਪਤਾ ਨਹੀਂ ਸੀਗਾ। ਚਾਈਲਡ ਸਕੈਟਰੀ ਦੀ ਆਪਾਂ ਗੱਲ ਕਰ ਲਈਏ, ਬੱਚਿਆਂ ਦੇ ਨਾਲ ਜਿਹੜੇ ਹੈਗੀ ਆ ਪ੍ਰੋਬਲਮਸ, ਜਿਹੜੀਆਂ ਬੱਚਿਆਂ ਦਾ ਬਿਹੇਵੀਅਰ ਚੇਂਜ, ਹੋਰ ਕੀ ਕਹਿਣਾ ਚਾਹੋਗੇ ਕਿ ਅਗਰ ਬੱਚਿਆਂ ਤੋਂ ਹੀ, ਬਚਪਨ ਤੋਂ ਹੀ ਬੰਦਾ, ਜਦੋਂ ਬੱਚਾ ਦੁੱਧ ਦੀ ਸ਼ੀਸ਼ੀ ਪੀਂਦਾ, ਅਗਰ ਉਹਦੇ ਤੋਂ ਹੀ ਡਾਕਟਰ ਹਰਨੇਕ ਨਾਲ ਜੁੜ ਜਾਣ, ਆਪਦੇ ਬੱਚਿਆਂ ਨੂੰ ਉਹ ਜੋੜ ਲੈਣ, ਤਾਂ ਮੈਂ ਸਮਝਦਾ ਵੀ ਜੇ ਸਟਾਰਟਿੰਗ ਤੋਂ ਹੀ ਹੋ ਜਾਵੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਅਸੀਂ ਕਿਵੇਂ ਤੁਹਾਡੇ ਨਾਲ ਜੋੜ ਸਕਦੇ? ਹਾਂਜੀ, ਬਿਲਕੁਲ ਬਹੁਤ ਵਧੀਆ ਗੱਲ ਜੀ। ਅਸੀਂ ਪਹਿਲਾਂ ਰੂਟ ਕਾਜ਼ ਦੇਖੀਦਾ ਕਿ ਡਿਪਰੈਸ਼ਨ ਦਾ ਰੂਟ ਕਾਜ਼ ਕੀ ਹੈਗਾ ਵਾ, ਮਤਲਬ ਉਹਦੇ ਥਾਟ ਪ੍ਰੋਸੈਸ ਜਿਵੇਂ ਉਹਦਾ ਕਿਵੇਂ ਚੱਲ ਰਿਹਾ ਹੈਗਾ ਵਾ। ਮਤਲਬ ਜੇ ਥਾਟ ਪ੍ਰੋਸੈਸ ਉਹਦਾ ਨੈਗੇਟਿਵ ਆ, ਹਿਊਮਨ ਦੇਖੋ ਇੱਕ ਗੱਲ ਐਮ ਆ, ਤੁਹਾਨੂੰ ਮੈਂ ਫੂਡ 'ਤੇ ਬਾਰ-ਬਾਰ ਕਹਿਣਾ ਕਿ ਤੁਹਾਡਾ ਥਾਟ ਪ੍ਰੋਸੈਸ ਜਿਹੜਾ ਫੂਡ ਬਦਲ ਦਿੰਦਾ ਵਾ। ਮਤਲਬ ਜੋ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ, ਉਹਦੇ ਅਨੁਸਾਰ ਹੀ ਸਾਡੇ ਖਿਆਲ ਬਣਦੇ ਨੇ, ਉਹਦੇ ਅਨੁਸਾਰ ਸਾਡੀ ਪਰਸਨੈਲਿਟੀ ਬਣਦੀ, ਉਹਦੇ ਅਨੁਸਾਰ ਸਾਡੇ ਵਿਚਾਰ ਬਣਦੇ ਨੇ। ਜੇ ਅਸੀਂ ਵੀਡੀਓਜ਼ ਦੇਖ ਰਹੇ ਹਾਂ ਅਜਿਹੀਆਂ ਜਿਹੜਾ ਕਿ ਜਿਹੜੀਆਂ ਲੜਾਈ ਝਗੜੇ ਦੀਆਂ ਜਾਂ ਹਿੰਸਾ ਨਾਲ ਲੋਡਡ ਹੈਗੀਆਂ ਨੇ, ਜਾਂ ਇਸ ਤਰ੍ਹਾਂ ਦੇ ਅਦਰ ਪ੍ਰੋਗਰਾਮ ਜਿਹੜੀ ਸੁਸਾਇਟੀ 'ਚ ਅਸੀਂ ਰਹਿੰਦੇ ਹਾਂ ਉੱਥੇ ਇਸ ਤਰ੍ਹਾਂ ਦੇ ਆ, ਅਤੇ ਉਹਨਾਂ ਨੂੰ ਅਸੀਂ ਫਿਰ ਇੱਕ ਜੀਵਨ ਜਾਂਚ ਦੱਸੀ ਦੀ ਹੈ ਕਿ ਤੁਸੀਂ ਜਿਹੋ ਜਿਹੇ ਹੀ ਤੁਹਾਡੇ ਥਾਟ ਕਿਵੇਂ ਕ੍ਰੀਏਟ ਹੋਣੇ ਆ, ਤੁਸੀਂ ਕਿਵੇਂ ਨੈਗੇਟਿਵਿਟੀ ਆਉਣੀ ਆ, ਡਿਪਰੈਸ਼ਨ 'ਚ ਕਿਵੇਂ ਜਾਂਦੇ ਆ ਅਸੀਂ, ਉਹਦੇ ਵਾਸਤੇ ਸਾਨੂੰ ਆਪਣਾ ਥੋੜ੍ਹੀ ਸੁਸਾਇਟੀ ਬਦਲਣੀ ਪਏਗੀ। ਥੋੜ੍ਹਾ ਥਾਟ ਪ੍ਰੋਸੈਸ ਜਿਹੜਾ ਅਸੀਂ ਓਵਰ ਥਿੰਕਿੰਗ ਆ, ਬਿਨਾਂ ਵਜ੍ਹਾ ਕੁਝ ਮਨੁੱਖ ਨਾਲ ਵਾਪਰਿਆ ਵੀ ਨਹੀਂ ਹੁੰਦਾ ਅਤੇ ਉਂਝ ਇੰਜ ਦੀ ਫੀਲਿੰਗ ਲੈ ਲੈਂਦਾ ਹੈ ਕਿ ਮੇਰੇ ਨਾਲ ਇੰਜ ਹੋ ਨਾ ਜਾਵੇ, ਉਹ ਵਿਅਕਤੀ ਮੈਨੂੰ ਇੰਜ ਨਾ ਕਹਿ ਦੇਵੇ। ਇਹ ਜਿਹੜਾ ਵਾ ਇਹ ਸਾਰਾ ਕੁਝ ਉਹਨਾਂ ਨੂੰ ਸਮਝਾ ਦੇਈਦਾ ਕਿ ਤੁਸੀਂ ਇਸ ਤਰ੍ਹਾਂ ਦੇ ਵਿਚਾਰ ਨਹੀਂ ਲੈਣੇ ਹੈਗੇ, ਅਤੇ ਉਹਦੇ ਨਾਲ ਉਹ ਇਹ ਸਾਰੇ ਹੀ ਡਿਪਰੈਸ਼ਨ ਦੇ ਕੇਸਿਸ ਜਿਹੜੇ ਬੱਚਿਆਂ ਦਾ ਹੋਵੇ, ਸਿਆਣਿਆਂ ਦਾ ਹੋਵੇ, ਉਹ ਠੀਕ ਹੋ ਜਾਂਦੇ ਆ ਜੀ। ਮਤਲਬ ਅਸੀਂ ਕਹੀਏ ਕਿ ਉੱਧਰੋਂ ਮਿਲਟਸ ਤੇ ਉੱਧਰੋਂ ਤੁਹਾਡਾ ਤੜਕਾ ਜਿਹੜਾ ਹੈਗਾ ਕਾਉਂਸਲਿੰਗ ਦਾ, ਦੋਨੇ ਚੀਜ਼ਾਂ ਹੋ ਜਾਣ। ਯੈਸ,
ਬਿਲਕੁਲ ਕਰੈਕਟ ਜੀ। ਉਹਦੇ ਤੋਂ ਬਿਲਕੁਲ ਜੀ ਇਹ ਬਾਕੀ ਇਹ ਆ ਕਿ ਮਿਲਟਸ ਦੇ ਨਾਲ ਤੇ ਪਲੱਸ ਉਹਨਾਂ ਦੀ ਕਾਉਂਸਲਿੰਗ ਦੇ ਨਾਲ ਉਹ ਬਿਲਕੁਲ ਇਹ ਐਵਰੀ ਕੰਪਲਿਕੇਸ਼ਨ ਜਿਹੜੀ ਆ ਡਿਪਰੈਸ਼ਨ ਦੇ ਨਾਲ ਸੰਬੰਧਿਤ ਆ ਜਿਹੜੀ ਉਹ ਰਿਵਰਸ ਹੋ ਜਾਂਦੀ ਹੈ ਜੀ। ਡਾਕਟਰ ਸਾਹਿਬ ਅਗਰ ਆਪਾਂ ਗੱਲ ਕਰ ਲਈਏ ਐਲਰਜੀ ਦੇ ਨਾਲ ਅੱਜ ਬਹੁਤ ਵੱਡੀ ਮਾਰਕੀਟ ਐਲਰਜੀ ਦੀ। ਲੋਕ ਪੈਸੇ ਇੰਨੇ ਜ਼ਿਆਦਾ ਖਰਚੀ ਜਾਂਦੇ ਐਲਰਜੀਆਂ ਦੇ, ਬੜੇ ਬੱਚੇ ਨਿੱਕੇ ਨਿੱਕੇ ਸਾਇੰਸਿਸ ਉਹਨਾਂ ਦੇ, ਨੱਕ ਦੀ ਪ੍ਰੋਬਲਮ, ਹੋਰ ਪ੍ਰੋਬਲਮਾਂ। ਕੀ ਕਹਿਣਾ ਚਾਹੋਗੇ ਕਿ ਹਰ ਚੀਜ਼ ਦਾ ਇਲਾਜ ਜਿਹੜਾ ਹੈਗਾ ਸਾਡੇ ਕੋਲ ਮਿਲਟਸ ਦੇ ਨਾਲ, ਸਾਡੇ ਕੋਲੇ ਤੁਹਾਡੀ ਆਪ ਦੀ, ਕਿਉਂਕਿ ਤੁਸੀਂ ਆਪ ਖੁਦ ਜਿਹੜਾ ਹੈਗਾ ਮੈਡੀਕਲ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਹੋ, ਅਗਰ ਬੰਦਾ ਇੱਕ ਵਾਰੀ ਆ ਜਾਂਦਾ ਤਾਂ ਐਲਰਜੀ ਜਿਸ ਤਰ੍ਹਾਂ ਦੀ ਮਰਜ਼ੀ ਐਲਰਜੀ ਹੋਵੇ ਉਹ ਵੀ ਕਿਉਰੇਬਲ ਹੈ? ਹਾਂ ਯੈਸ ਬਿਲਕੁਲ ਜੀ। ਸਕਿਨ ਐਲਰਜੀ ਬਿਲਕੁਲ ਜੀ ਉਹ ਇਹਦੀ ਰਿਵਰਸ 100% ਹੁੰਦੀ ਹੈਗੀ ਆ। ਸਕਿਨ ਸੋਰਾਇਸਿਸ ਜਿਹੜਾ ਵਾ ਉਹਨੂੰ ਕਰੀਬਨ 10 ਡੇਜ਼ 'ਚ ਬੰਦੇ ਨੂੰ ਇਹ ਅੱਜ 60% ਕਰੀਬਨ ਸਕਿਨ ਸੋਰਾਇਸਿਸ ਜਿਹੜੇ ਪੈਚਸ ਜਿਹੜੇ ਹੁੰਦੇ ਆ ਉਹਦੇ ਤੋਂ ਉਤਰਦੇ ਆ। ਉਹਦੇ ਅੰਦਰ ਜਿਹੜੀ ਆ ਡੈਂਡਰਫ ਬਹੁਤ ਹੇਅਰ ਦੇ ਵਿੱਚ ਹੁੰਦੀ ਆ, ਉਹ ਵੀ ਰਿਵਰਸ ਹੋ ਜਾਂਦੀ। ਉਹ ਤਾਂ ਬਹੁਤ ਹੀ ਉਹਦਾ ਕੋਈ ਟਰੀਟਮੈਂਟ ਹੀ ਨਹੀਂ ਹੈਗਾ, ਨਾ ਐਲੋਪੈਥੀ ਨਾ ਅਦਰ ਪੈਥੀਜ਼ ਦੇ ਵਿੱਚ ਹੈਗਾ। ਉਹਦੇ 'ਚ ਸਕਿਨ ਐਲਰਜੀ ਕਿਸੇ ਵੀ ਕਿਸਮ ਦੀ ਹੋਵੇ ਉਹ ਵੀ ਆਟੋਮਿਊਨ ਹੀ ਹੁੰਦੀ ਆ। ਜਿਹੜਾ ਸਕਿਨ ਸੋਰਾਇਸਿਸ ਆ ਉਹ ਵੀ ਆਟੋਮਿਊਨ ਹੀ ਆ। ਇਹ ਦੋਨੋਂ ਹੀ ਰਿਵਰਸ ਹੋ ਜਾਂਦੀਆਂ। ਅਦਰ ਕੰਪਲਿਕੇਸ਼ਨ ਵੀ ਆਟੋਮਿਊਨ ਦੀ, ਅਰਥਰਾਈਟਿਸ ਆ ਉਹ ਵੀ ਜਿਹੜਾ ਵਾ ਉਹ ਰਿਵਰਸ ਹੋ ਜਾਂਦਾ ਜੀ। ਦਰਸ਼ਕੋ ਆਪਾਂ ਬਣੇ ਰਵਾਂਗੇ ਡਾਕਟਰ ਹਰਨੇਕ ਜੀ ਦੇ ਨਾਲ। ਇਹ ਸਾਡੇ ਨਾਲ ਸਮੇਂ ਸਿਰ ਜਿਨ੍ਹਾਂ ਨੇ ਸਾਡੇ ਦਰਸ਼ਕਾਂ ਨੂੰ ਅਵੇਅਰ ਕੀਤਾ ਹੈਗਾ ਕਿ ਮਿਲਟਸ ਨਾਲ ਜੁੜੋ, ਔਰ ਇੱਕ ਵਾਰੀ ਜ਼ਰੂਰ ਤੁਸੀਂ ਡਾਕਟਰ ਸਾਹਿਬ ਨਾਲ ਮਿਲੋ। ਇਹਨਾਂ ਦਾ ਫ਼ੋਨ ਨੰਬਰ ਨੀਚੇ ਚੱਲ ਰਹੇ ਨੇ, ਤੁਸੀਂ ਆਓ ਇੱਕ ਵਾਰੀ ਗੱਲਬਾਤ ਕਰੋ ਡਾਕਟਰ ਸਾਹਿਬ ਨਾਲ। ਤੁਸੀਂ ਟਾਈਮਿੰਗ ਲੈ ਕੇ ਇਹਨਾਂ ਦੇ ਨਾਲ ਗੱਲਬਾਤ ਕਰਨੀ, ਆਉਣਾ ਇਹਨਾਂ ਦੇ ਕੋਲੇ। ਔਨਲਾਈਨ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਡਾਕਟਰ ਸਾਹਿਬ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਇਹ ਜਾਣਨ ਵਾਸਤੇ ਤੇ ਸਾਰੇ ਸਮਾਜ ਨੂੰ ਆਪਾਂ ਅਵੇਅਰਨੈਸ ਦਈਏ ਤਾਂ ਕਿ ਅਸੀਂ ਤੰਦਰੁਸਤ ਰਹਿ ਸਕੀਏ ਤੇ ਇਹ ਧਰਤੀ ਮਾਂ ਜਿਹੜੀ ਆ ਉਹਨੂੰ ਵੀ ਤੰਦਰੁਸਤ ਰੱਖ ਸਕੀਏ, ਕਿਉਂਕਿ ਪੈਸਟੀਸਾਈਡ ਦਾ ਲੋਡ, ਜਿਹੜੇ ਅਦਰ ਕੈਮੀਕਲਸ ਦਾ ਲੋਡ ਆ, ਉਤੋਂ ਸਾਡਾ ਸਾਰਿਆਂ ਦਾ ਬਚਾਅ ਹੋ ਜਾਵੇਗਾ ਜੀ। ਇਹਦੇ ਨਾਲ ਅਸੀਂ ਖੁਸ਼ਹਾਲ ਜੀਵਨ ਬਤੀਤ ਕਰਾਂਗੇ, ਸਟ੍ਰੈਸ ਫਰੀ ਹੋਵਾਂਗੇ ਜੀ। ਬਸ ਇਹੋ ਹੀ ਮੈਂ ਕਹਿਣਾ ਚਾਹੁੰਦਾ। ਥੈਂਕਸ ਅ ਲੋਟ। ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਮੈਂ ਸਾਡੀ ਪੂਰੀ ਜਿਹੜੀ ਟੀਮ ਆ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾ ਰਹੇ ਹੈਗੇ ਆ। ਇਹ ਮੇਰੇ ਵਾਈਫ ਨੇ, ਇਹ ਮੇਰੇ ਸਿਸਟਰ ਇਨ ਲਾ ਨੇ, ਇਹ ਬ੍ਰਦਰ ਇਨ ਲਾ ਹੈਗੇ ਨੇ ਤੇ ਇਹ ਨੀਸ ਹੈ ਜੀ। ਇਹ ਸਾਡਾ ਪੂਰਾ ਟੀਮ ਵਰਕ ਹੈਗਾ ਵਾ ਮਿਲਟਸ ਦੇ ਪ੍ਰੈਪਰੇਸ਼ਨ ਦਾ, ਜਿਵੇਂ ਕਿ ਇਹਦੀ ਕਿਵੇਂ ਕਰਨੀ ਹੈਗੀ ਆ, ਜਿਹੜੀ ਕਾਉਂਸਲਿੰਗ ਕਿਵੇਂ ਕਰਨੀ ਆ ਉਹ ਮੈਂ ਕਰਦਾ ਹੈਗਾ। ਬਾਕੀ ਜਿਹੜਾ ਇਹ ਸਭ ਕੁਝ ਪੂਰਾ ਸਾਡੀ ਟੀਮ ਜਿਹੜੀ ਆ, ਇਹ ਪਰਿਵਾਰਿਕ ਟੀਮ ਜਿਹੜੀ ਆ, ਅਸੀਂ ਇਹਦੇ ਅਨੁਸਾਰ ਜਿਹੜਾ ਵਾ ਮਿਲਟਸ ਨੂੰ ਕਿਵੇਂ ਪ੍ਰਿਪੇਅਰ ਕਰਨਾ ਉਹ ਕਲਾਇੰਟਸ ਨੂੰ ਸਾਰੀ ਸਮਝ ਦਿੰਦੇ ਆ ਤੇ ਉਹਦੀ ਪ੍ਰੈਪਰੇਸ਼ਨ ਕਰਦੇ ਆ। ਹਾਂਜੀ, ਇਹ ਤਾਂ ਹੀ ਇਹ ਸਭ ਕੁਝ ਹੋ ਪਾਉਂਦਾ ਕਿ ਸਾਡਾ ਇੱਕ ਟੀਮ ਵਰਕ ਬਹੁਤ ਵਧੀਆ ਕੈਮਿਸਟਰੀ ਆ ਤੇ ਦੈਟਸ ਵਾਈ ਵੀ ਗੈਟ ਸਕਸੈਸ on millets.